ਹੈਲੋ ਦੋਸਤੋ, ਸਵਾਗਤ ਹੈ ਤੁਹਾਡੇ ਸਭ ਦਾ ਹੀ ਰੇਸ ਅਕੈਡਮੀ 'ਤੇ ਜੀ। ਸੋ ਦੋਸਤੋ, ਅੱਜ ਆਪਾਂ ਗੱਲ ਕਰਾਂਗੇ 5 ਅਤੇ 6 ਦਸੰਬਰ ਦੀਆਂ ਇੰਪੋਰਟੈਂਟ ਕਰੰਟ ਅਫੇਅਰ ਬਾਰੇ, ਕਿਉਂਕਿ ਪਿਛਲੀ ਕਲਾਸ ਵਿੱਚ ਆਪਾਂ 4 ਤਰੀਕ ਤੱਕ ਦੀਆਂ ਜਿੰਨੀਆਂ ਵੀ ਇੰਪੋਰਟੈਂਟ ਕਰੰਟ ਅਫੇਅਰ ਸੀ ਸਾਰੀਆਂ ਆਪਾਂ ਨੇ ਕਵਰ ਕਰ ਲਈਆਂ ਸੀ। ਕਈ ਬੱਚੇ ਕਹਿ ਰਹੇ ਸੀ ਵੀ 31 ਦਸੰਬਰ ਦੀਆਂ ਕਰੰਟ ਅਫੇਅਰ ਨਿਊਜ਼ ਰਹਿ ਗਈਆਂ, ਤਾਂ ਤੁਹਾਨੂੰ ਮੈਂ ਦੱਸ ਦੇਵਾਂ ਉਹ 31 ਦਸੰਬਰ ਵਾਲੀਆਂ ਵੀ ਆਪਾਂ ਨੇ ਕਵਰ ਕਰ ਲਈਆਂ ਸੀ ਕਰੰਟ ਅਫੇਅਰ ਨਿਊਜ਼, ਠੀਕ ਹੈ ਨਾ। ਸੋ ਹੁਣ ਆਪਾਂ ਗੱਲ ਕਰਾਂਗੇ ਅੱਜ ਜੀ 5 ਅਤੇ 6 ਦਸੰਬਰ ਦੀਆਂ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼, ਜਿਹੜੀਆਂ ਕਿ ਤੁਹਾਡੇ ਆਉਣ ਵਾਲੇ ਹਰ ਇੱਕ ਗੌਰਮੈਂਟ ਐਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣਗੀਆਂ। ਔਰ ਸਾਰੀਆਂ ਨਿਊਜ਼ ਬਿਲਕੁਲ ਪੰਜਾਬੀ ਦੇ ਵਿੱਚ ਡਿਸਕਸ਼ਨ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈਗਾ। ਸੋ ਬਿਨਾਂ ਕਿਸੇ ਦੇਰੀ ਤੋਂ ਜੀ ਸ਼ੁਰੂ ਕਰਦੇ ਹਾਂ ਫਿਰ ਅੱਜ ਦੀ ਕਲਾਸ। ਸਭ ਤੋਂ ਫਸਟ ਕੁਐਸਚਨ ਆਪਣਾ, ਹੂ ਹੈਜ਼ ਰਿਟਨ ਅ ਬੁੱਕ ਕਾਲਡ ਬਲੀਡਿੰਗ ਇੰਡੀਆ ਫॉर ਅਗਰੋਸਸ 1000 ਕਰਟਸ। ਕਹਿੰਦੇ ਜੀ ਕਿਸ ਨੇ ਬਲੀਡਿੰਗ ਇੰਡੀਆ ਫॉर ਅਗਰੋਸਸ 1000 ਕਰਟਸ ਨਾਂ ਦੀ ਇੱਕ ਕਿਤਾਬ ਨੂੰ ਲਿਖਿਆ ਗਾ, ਅਤੇ ਬੁੱਕ ਦਾ ਨਾਮ ਇੰਪੋਰਟੈਂਟ ਰਹਿਣ ਵਾਲਾ ਆਪਣੇ ਲਈ। ਔਰ ਇਸ ਬੁੱਕ ਨੂੰ ਲਿਖਿਆ ਜੀ ਹੁਣ ਵਿਨੇ ਕੁਮਾਰ ਸਿੰਘ ਨੇ। ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਆਨਸਰ ਹੈ। ਵਿਨੇ ਕੁਮਾਰ ਸਿੰਘ ਦੇ ਦੁਆਰਾ ਇਸ ਬੁੱਕ ਦੇ ਵਿੱਚ ਆਪਣੇ ਦੇਸ਼ ਦੀ ਅੰਦਰੂਨੀ ਸੁਰੱਖਿਆ ਬਾਰੇ ਜਿਹੜੀਆਂ ਗੱਲਾਂ ਬਾਤਾਂ ਨੇ ਇਸ ਕਿਤਾਬ ਦੇ ਵਿੱਚ ਲਿਖੀਆਂ ਨੇ। ਸੋ ਸਿੱਧਾ ਤੁਹਾਨੂੰ ਬੁੱਕ ਦਾ ਨਾਮ ਧਿਆਨ ਵਿੱਚ ਰੱਖਣਾ ਔਰ ਕਿਸ ਨੇ ਲਿਖੀ ਆ, ਵਿਨੇ ਕੁਮਾਰ ਸਿੰਘ ਦੇ ਦੁਆਰਾ ਬੁੱਕ ਨੂੰ ਲਿਖਿਆ ਗਿਆ ਗਾ। ਦੇਖੋ ਬਾਕੀ ਇੱਧਰ ਆਪਾਂ ਅਦਰ ਆਪਸ਼ਨ ਦੀ ਗੱਲ ਕਰੀਏ ਤਾਂ ਸਾਰੇ ਆਪਸ਼ਨ ਹੀ ਇੰਪੋਰਟੈਂਟ ਹੈਗੇ ਨੇਗੇ, ਕਿਉਂਕਿ ਇਹਨਾਂ ਨੇ ਵੀ ਹਾਲ ਹੀ ਦੇ ਵਿੱਚ ਆਪਣੀਆਂ ਕੁਝ ਬੁੱਕਸ ਲਿਖੀਆਂ ਨੇ ਜਿਹੜੀਆਂ ਇੰਪੋਰਟੈਂਟ ਨੇ। ਗੱਲ ਕਰੀਏ ਜਤਿੰਦਰ ਸਿੰਘ ਬਾਰੇ, ਜਤਿੰਦਰ ਸਿੰਘ ਬਾਰੇ ਯਾਦ ਰੱਖਣਾ ਕੈਂਸਰ 'ਤੇ ਇਹਨਾਂ ਨੇ ਇੱਕ ਬੁੱਕ ਲਿਖੀ ਸੀ ਗੈਸਟ੍ਰਿਕ ਕੈਂਸਰ ਨਾਂ ਦੀ, ਠੀਕ ਹੈ। ਔਰ ਮਿਸਟਰ ਅਈਅਰ, ਸ਼੍ਰੀ ਅਈਅਰ ਵੀ ਇਹਨਾਂ ਨੂੰ ਕਿਹਾ ਜਾਂਦਾ, ਔਰ ਇਹਨਾਂ ਨੇ ਇੱਕ ਬੁੱਕ ਲਿਖੀ ਸੀ ਹਾਲ ਹੀ ਵਿੱਚ ਜਿਹਦਾ ਨਾਂ ਸੀ ਹੂ ਪੇਂਟਡ ਮਾਈ ਲਸਟ ਰੈੱਡ, ਠੀਕ ਹੈ ਨਾ, ਯਾਦ ਰੱਖਣਾ। ਔਰ ਅਨੁਦੱਤੀ ਰੋਏ, ਇਹਨਾਂ ਬਾਰੇ ਯਾਦ ਰੱਖਣਾ, ਇਹਨਾਂ ਨੇ ਇੱਕ ਬੁੱਕ ਲਿਖੀ ਸੀ ਜਿਹਦਾ ਨਾਂ ਸੀ ਆਜ਼ਾਦੀ, ਫਰੀਡਮ, ਫਿਸੀਸਮ ਔਰ ਫਿਕਸ਼ਨ ਨਾਂ ਦੀ, ਠੀਕ ਹੈ ਨਾ। ਇਹ ਬੁੱਕ ਦਾ ਨਾਮ ਹੈਗਾ, ਧਿਆਨ ਵਿੱਚ ਰੱਖਣਾ। ਸੋ ਇਹ ਸਾਰੇ ਨਾਮ ਇੰਪੋਰਟੈਂਟ ਬਣ ਗਏ। ਗੱਲ ਕਰਦੇ ਹੁਣ ਅੱਜ ਦੇ ਨੈਕਸਟ ਕੁਐਸਚਨ ਬਾਰੇ ਜੀ। ਵੇਅਰ ਵਾਜ਼ ਫਸਟ ਗਿੰਗਰ ਪ੍ਰੋਸੈਸਿੰਗ ਪਲਾਂਟ ਇਨ ਨਾਰਥ ਈਸਟ ਇੰਡੀਆ ਸਟੈਬਲਿਸ਼ਡ। ਦੇਖੋ ਜੀ ਇੰਪੋਰਟੈਂਟ ਕੁਐਸਚਨ ਰਹੇਗਾ। ਕਹਿੰਦੇ ਜੀ ਉੱਤਰੀ ਪੂਰੀ ਭਾਰਤ ਵਿੱਚ ਪਹਿਲਾ ਅਦਰਕ ਪ੍ਰੋਸੈਸਿੰਗ ਪਲਾਂਟ ਹੁਣ ਕਿੱਥੇ ਸਥਾਪਿਤ ਕੀਤਾ ਗਿਆ ਹੈ, ਅਤੇ ਕੁਐਸਚਨ ਇੰਪੋਰਟੈਂਟ ਹੈ। ਔਰ ਇਹ ਸਥਾਪਿਤ ਕੀਤਾ ਗਿਆ ਉੱਤਰੀ ਪੂਰਬੀ ਭਾਰਤ ਦੇ ਵਿੱਚ ਮੇਘਾਲਿਆ ਸਟੇਟ ਵਿੱਚ, ਠੀਕ ਹੈ ਨਾ, ਯਾਦ ਰੱਖਣਾ। ਆਪਸ਼ਨ ਬੀ ਰਾਈਟ ਆਨਸਰ ਹੈ ਜੀ। ਦੇਖੋ ਅਗਰ ਆਪਾਂ ਇਸ ਕੁਐਸਚਨ ਦੀ ਗੱਲ ਕਰੀਏ ਤਾਂ ਜੇਕਰ ਆਪਾਂ ਨਾਰਥ ਈਸਟ ਦੀ ਗੱਲ ਕਰੀਏ ਤਾਂ ਹਰ ਸਾਲ ਆਪਣੇ ਨਾਰਥ ਈਸਟ ਵਿੱਚ 4,50,000 ਮੈਟ੍ਰਿਕ ਟਨ ਜਿਹੜਾ ਅਦਰਕ ਆ ਉਹਦਾ ਉਤਪਾਦਨ ਹੁੰਦਾ ਗਾ। ਔਰ ਇੰਨੀ ਮਾਤਰਾ ਜਿਹੜਾ ਅਦਰਕ ਹੈ, ਠੀਕ ਹੈ, ਉਹਨੂੰ ਸੰਭਾਲਣ ਵਿੱਚ ਕਿਤੇ ਨਾ ਕਿਤੇ ਨਾਰਥ ਈਸਟ ਵਿੱਚ ਕੋਈ ਵੀ ਅਜਿਹਾ ਪ੍ਰੋਸੈਸਿੰਗ ਪਲਾਂਟ ਹੈ ਨਹੀਂ ਸੀ ਪਹਿਲਾਂ। ਤਾਂ ਇਸ ਸਮੱਸਿਆ ਨੂੰ ਦੂਰ ਕਰਨ ਵਾਸਤੇ ਹੁਣ ਮੇਘਾਲਿਆ ਦੇ ਵਿੱਚ ਜਿਹੜਾ ਇੱਕ ਅਦਰਕ ਪ੍ਰੋਸੈਸਿੰਗ ਪਲਾਂਟ ਜਿਹੜਾ ਸਥਾਪਿਤ ਕਰ ਦਿੱਤਾ ਗਿਆ ਗਾ, ਔਰ ਆਪਣੇ ਨਾਰਥ ਈਸਟ ਦਾ ਇਹ ਪਹਿਲਾ ਪਲਾਂਟ ਹੈਗਾ ਗਾ। ਸੋ ਇਹ ਕੁਐਸਚਨ ਇੰਪੋਰਟੈਂਟ ਰਹੇਗਾ ਆਪਣੇ ਲਈ। ਸਿੱਧਾ ਤੁਹਾਨੂੰ ਮੇਘਾਲਿਆ ਬਾਰੇ ਯਾਦ ਰੱਖਣਾ ਹੈ ਫੈਕਟ। ਬਾਕੀ ਮੇਘਾਲਿਆ ਦੀ ਗੱਲ ਕਰੀਏ, ਕੈਪੀਟਲ ਯਾਦ ਰੱਖਣਾ ਸ਼ਿਲੌਂਗ, ਠੀਕ ਹੈ ਨਾ। ਔਰ ਮੇਘਾਲਿਆ ਦੇ ਸੀਐਮ ਦਾ ਨਾਮ ਯਾਦ ਰੱਖਣਾ ਕੌਨਰੋਡ ਸੰਗਮਾ। ਔਰ ਮੇਘਾਲਿਆ ਦੇ ਗਵਰਨਰ ਨੇ ਸਤਿਆਪਾਲ ਮਲਿਕ ਸਾਹਿਬ ਹੈਗੇ ਨੇਗੇ, ਠੀਕ ਹੈ ਨਾ। ਸੋ ਇੰਨੇ ਫੈਕਟ ਯਾਦ ਰੱਖਣੇ। ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ। ਹੂ ਵਾਜ਼ ਔਨਰਡ ਵਿਦ ਦਾਦਾ ਸਾਹਿਬ ਫਾਲਕੇ ਅਵਾਰਡ ਸਾਊਥ 2020। ਕਹਿੰਦੇ ਜੀ ਕਿਸ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਦੱਖਣ ਦਾ 2020 ਦੇ ਨਾਲ ਸਨਮਾਨਿਤ ਕੀਤਾ ਗਿਆ ਗਾ। ਤਾਂ ਜਿਹੜਾ 2020 ਦਾ ਹੁਣ ਦਾਦਾ ਸਾਹਿਬ ਫਾਲਕੇ ਅਵਾਰਡ ਹੈ ਸਾਊਥ ਦਾ, ਉਹ ਦਿੱਤਾ ਗਿਆ ਜੀ ਧਨੁਸ਼ ਨੂੰ। ਆਪਸ਼ਨ ਨੰਬਰ ਏ ਰਾਈਟ ਆਨਸਰ ਹੈ। ਧਨੁਸ਼ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਾਊਥ ਫਿਲਮਾਂ 'ਚ ਤੁਹਾਨੂੰ ਦੇਖਿਆ ਹੋਣਾ ਇਹਨਾਂ ਨੂੰ, ਠੀਕ ਹੈ ਨਾ। ਔਰ ਇਹਨਾਂ ਦੀ ਇੱਕ ਫਿਲਮ ਹੈਗੀ ਅਸੁਰਨ ਨਾਂ ਦੀ, ਉਸ ਕਰਕੇ ਕਿ ਇਹਨਾਂ ਨੂੰ ਹੁਣ ਦਾਦਾ ਸਾਹਿਬ ਫਾਲਕੇ ਅਵਾਰਡ ਜਿਹੜਾ ਦਿੱਤਾ ਗਿਆ ਗਾ। ਬੇਸਿਕਲੀ ਦਾਦਾ ਸਾਹਿਬ ਫਾਲਕੇ ਅਵਾਰਡ ਜਿਹੜਾ ਫਿਲਮ ਇੰਡਸਟਰੀ ਵਿੱਚ ਆਪਣੇ ਵਧੀਆ ਕੰਮ ਲਈ ਰੋਲ ਲਈ ਕਿ ਇਹ ਦਿੱਤਾ ਜਾਂਦਾ ਗਾ। ਸੋ ਇਸ ਸਾਲ ਦਾ ਜਿਹੜਾ 2020 ਦਾ ਮਤਲਬ ਜਿਹੜਾ ਅਵਾਰਡ ਦਿੱਤਾ ਗਿਆ ਉਹ ਦਿੱਤਾ ਗਿਆ ਜੀ ਧਨੁਸ਼ ਨੂੰ, ਠੀਕ ਹੈ ਨਾ। ਸੋ ਇਹਨਾਂ ਨਾਮ ਇੰਪੋਰਟੈਂਟ ਰਹੇਗਾ। ਸੋ ਇਹਨਾਂ ਨਾਮ ਸੁਣੇ ਸਿੱਧਾ ਧਿਆਨ ਵਿੱਚ ਜ਼ਰੂਰ ਰੱਖਣਾ ਗਾ। ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ। ਹੂ ਰੋਟ ਦੀ ਬੁੱਕ ਮਾਈ ਟੀਅਰ ਵਿਦ ਰਾਜੀਵ ਟਰੰਪ ਐਂਡ ਟ੍ਰੈਜਡੀ। ਦੇਖੋ ਜੀ ਕਿਸ ਨੇ ਕਹਿੰਦੇ ਕਿਤਾਬ ਜਿਹਦਾ ਨਾਮ ਮਾਈ ਟੀਅਰ ਵਿਦ ਰਾਜੀਵ ਟਰੰਪ ਐਂਡ ਟ੍ਰੈਜਡੀ ਨੂੰ ਲਿਖਿਆ ਗਾ। ਤਾਂ ਇਸ ਬੁੱਕ ਨੂੰ ਲਿਖਿਆ ਜੀ ਹੁਣ ਵਜਾਹਤ ਹਬੀਬੁੱਲਾ ਦੇ ਦੁਆਰਾ। ਵਜਾਹਤ ਹਬੀਬੁੱਲਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੀ ਬੁੱਕ ਲਿਖੀ ਜਿਹਦਾ ਨਾਮ ਮਾਈ ਟੀਅਰ ਵਿਦ ਰਾਜੀਵ ਟਰੰਪ ਐਂਡ ਟ੍ਰੈਜਡੀ ਨਾਂ ਦੀ ਕਿਤਾਬ, ਇਸ ਕਿਤਾਬ ਦੇ ਵਿੱਚ ਪਾਕਿਸਤਾਨ ਦੇ ਨਾਲ ਨਿਪਟਣ ਲਈ ਜਿਹੜੇ ਰਾਜੀਵ ਗਾਂਧੀ ਸੀਗੇ, ਠੀਕ ਹੈ, ਰਾਜੀਵ ਗਾਂਧੀ ਦੀ ਸਰਕਾਰ ਵੇਲੇ ਉਹਨਾਂ ਦੇ ਯਤਨਾਂ ਬਾਰੇ ਕੀ ਹੈ ਇਸ ਬੁੱਕ ਦੇ ਸਾਰਾ ਕੁਝ ਲਿਖਿਆ ਹੋਇਆ ਗਾ। ਅਤੇ ਇਸ ਬੁੱਕ ਦੇ ਲੇਖਕ ਯਾਦ ਰੱਖਣਾ ਵਜਾਹਤ ਹਬੀਬੁੱਲਾ, ਠੀਕ ਹੈ ਨਾ। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆਪਣਾ। ਦੇਖੋ ਬਾਕੀ ਅਨੁਪਮ ਖੇਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਦੀ ਬੁੱਕ ਆਪਣੇ ਲਈ ਮੋਸਟ ਇੰਪੋਰਟੈਂਟ ਰਹਿਣ ਵਾਲੀ ਹੈ। ਔਰ ਇਹਨਾਂ ਦੀ ਬੁੱਕ ਦਾ ਨਾਮ ਹੈਗਾ ਯੂਅਰ ਬੈਸਟ ਡੇ ਇਜ਼ ਟੂਡੇ, ਠੀਕ ਹੈ। ਔਰ ਡਾਕਟਰ ਕ੍ਰਿਸ਼ਨਾ ਸਕਸੇਨਾ ਇਹਨਾਂ ਦੀ ਬੁੱਕ ਲਿਖੀ ਸੀ ਆ ਬੁੱਕੇ ਆਫ ਫਲਾਵਰ, ਠੀਕ ਹੈ ਨਾ। ਔਰ ਵਿਕਾਸ ਖੰਨਾ ਇਹਨਾਂ ਦੀ ਬੁੱਕ ਲਿਖੀ ਸੀ ਰੀਸੈਂਟ ਵਿੱਚ। ਬੇਸਿਕਲੀ ਜਿਹੜੇ ਵਿਕਾਸ ਖੰਨਾ ਨੇ ਇੱਕ ਸ਼ੈਫ ਹੈਗੇ ਨੇਗੇ, ਔਰ ਇਹਨਾਂ ਨੇ ਇੱਕ ਬੁੱਕ ਲਿਖੀ ਕਿਚਨ ਆਫ ਗ੍ਰੈਟੀਟਿਊਡ ਨਾਂ ਦੀ, ਠੀਕ ਹੈ ਨਾ। ਸੋ ਇਹਨਾਂ ਬਾਰੇ ਤੁਹਾਨੂੰ ਧਿਆਨ ਵਿੱਚ ਰੱਖਣਾ। ਗੱਲ ਕਰਦੇ ਅਗਲੇ ਕੁਐਸਚਨ ਬਾਰੇ ਹੁਣ ਆਪਾਂ।
ਸੋ ਦੋਸਤੋ ਅਗਲੇ ਕੁਐਸਚਨ ਤੋਂ ਪਹਿਲਾਂ ਇੱਕ ਵਾਰੀ ਕਲਾਸ ਨੂੰ ਹੁਣੇ ਤੁਸੀਂ ਲਾਈਕ ਕਰ ਦਿਓ ਜੀ ਅਗਰ ਤੁਹਾਨੂੰ ਕਲਾਸ ਵਧੀਆ ਲੱਗ ਰਹੀ ਹੈ, ਔਰ ਇਸ ਨੂੰ ਸ਼ੇਅਰ ਕਰਨਾ ਵੀ ਜ਼ਰੂਰੀ ਹੈਗਾ, ਠੀਕ ਹੈ ਨਾ। ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੇ ਆਉਣ ਵਾਲੇ ਐਗਜ਼ਾਮ ਦੀ ਤਿਆਰੀ ਕਰ ਰਹੇ ਜਿਹੜੇ ਵੀ ਸਟੂਡੈਂਟ ਨੇ ਉਹਨਾਂ ਤੱਕ ਜਿਹੜੀ ਆਪਣੀ ਕਲਾਸ ਜਿਹੜੀ ਪਹੁੰਚ ਸਕੇ, ਠੀਕ ਹੈ ਨਾ। ਸੋ ਲਾਈਕ ਐਂਡ ਸ਼ੇਅਰ ਤੁਸੀਂ ਹੁਣੇ ਕਰ ਦਿਓ। ਬਾਕੀ ਇੱਕ ਤੁਹਾਨੂੰ ਮੈਂ ਹੋਰ ਸਲਾਹ ਦੇਣਾ ਚਾਹੁੰਦਾ, ਤੁਸੀਂ ਕਹਿੰਦੇ ਹੋਗੇ ਸਾਨੂੰ ਵੀ PDF ਕਈ ਬੱਚੇ ਕਹਿ ਰਹੇ ਨੇ ਸਾਨੂੰ ਮਿਲਦੀ ਨਹੀਂ ਗੀ, ਤਾਂ PDF ਹਮੇਸ਼ਾ ਰੇਸ ਅਕੈਡਮੀ 'ਤੇ ਅਪਲੋਡ ਕੀਤੀ ਜਾਂਦੀ ਹੈ, ਤਾਂ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। ਵੈਸੇ ਅਗਰ ਮੈਂ ਤੁਹਾਨੂੰ ਇੱਕ ਆਪਣੀ ਤੌਰ 'ਤੇ ਸਲਾਹ ਦੇਵਾਂ ਤਾਂ ਤੁਸੀਂ PDF ਪਿੱਛੇ ਨਾ ਭੱਜੋ, ਤੁਸੀਂ ਡੇਲੀ ਆਪਣੀ ਜਿਹੜੀ ਕਲਾਸ ਹੁੰਦੀ ਹੈਗੀ ਇਸ ਨੂੰ ਦੇਖੋ, ਔਰ ਜਿੰਨੀਆਂ ਵੀ ਕਰੰਟ ਅਫੇਅਰ ਨਿਊਜ਼ ਹੁੰਦੀਆਂ ਨੇ ਆਪਣੀ ਤੁਸੀਂ ਨੋਟਬੁੱਕ 'ਤੇ ਡੇਲੀ ਦੀ ਡੇਲੀ ਕੀ ਆ ਨੋਟ ਕਰੋ, ਠੀਕ ਹੈ ਨਾ। ਔਰ ਇਸ ਨੂੰ ਵੀ ਇੱਕ ਤਰੀਕੇ ਨਾਲ ਨੋਟ ਕਰੋ ਤਾਂ ਕਿ ਤੁਹਾਡੇ ਯਾਦ ਰਹੇ। ਦੇਖੋ ਆਪਣੇ 28 ਸਟੇਟ ਨੇਗੇ, ਠੀਕ ਹੈ ਨਾ। ਐਂ ਤਾਂ ਹੈ ਨਹੀਂ ਵੀ 28 ਸਟੇਟਾਂ ਦੀ ਆਪਣੀ ਕਰੰਟ ਅਫੇਅਰ ਨਿਊਜ਼ ਡੇਲੀ ਹੁੰਦੀਆਂ ਨੇ, ਮੇਨਲੀ ਆਪਣੇ ਵੱਧ ਤੋਂ ਵੱਧ 10-15 ਸਟੇਟ ਹੁੰਦੇ ਆ ਜਿਨ੍ਹਾਂ ਦੀਆਂ ਜ਼ਿਆਦਾਤਰ ਕਰੰਟ ਅਫੇਅਰ ਨਿਊਜ਼ ਹੁੰਦੀਆਂ ਅਤੇ ਇੰਪੋਰਟੈਂਟ ਹੁੰਦੀਆਂ ਨੇ। ਤਾਂ ਤੁਸੀਂ ਉਹ ਸਟੇਟਾਂ ਦੀ ਹਰ ਇੱਕ ਪੰਨੇ 'ਤੇ ਬਸ ਇੱਕ ਨਾਂ ਲਿਖ ਲਓ, ਜਿਵੇਂ ਮੰਨ ਲਓ ਉੱਤਰ ਪ੍ਰਦੇਸ਼ ਲਿਖ ਲਿਆ, ਠੀਕ ਹੈ ਨਾ। ਅਗਲੇ ਪੇਜ 'ਤੇ ਕੋਈ ਆਪਣਾ ਪੰਜਾਬ ਲਿਖ ਲਿਆ, ਠੀਕ ਹੈ ਨਾ। ਇਸੇ ਤਰੀਕੇ ਨਾਲ ਤੁਸੀਂ ਆਪਣੇ ਜਿਹੜੀਆਂ ਡੇਲੀ ਦੀਆਂ ਨਿਊਜ਼ ਹੁੰਦੀਆਂ ਉਹ ਲਿਖੋ, ਔਰ ਜਿਹੜੀ ਉੱਤਰ ਪ੍ਰਦੇਸ਼ ਦੀ ਨਿਊਜ਼ ਆਈ ਤਾਂ ਤੁਸੀਂ ਸਿੱਧਾ ਉਸ ਨੂੰ ਨੋਟ ਕਰੋ ਉਸ ਪੇਜ 'ਤੇ ਇਕੱਲਾ। ਅਗਲੇ ਜਿਹੜੀ ਸਟੇਟ ਦੀ ਨਿਊਜ਼ ਹੈ ਤਾਂ ਤੁਸੀਂ ਅਗਲੇ ਪੇਜ 'ਤੇ ਨੋਟ ਕਰੋ। ਤਾਂ ਇਸ ਤਰੀਕੇ ਨਾਲ ਨਹੀਂ ਤਾਂ ਤੁਹਾਡੇ ਸਟੇਟ ਵਾਈਜ਼ ਕਰੰਟ ਅਫੇਅਰ ਤਿਆਰ ਹੋ ਜਾਣਗੇ, ਨਹੀਂ ਤੁਹਾਨੂੰ ਯਾਦ ਕਰਨ 'ਚ ਆਸਾਨੀ ਹੋਏਗੀ। ਕਿਤੇ ਤਾਂ ਤੁਸੀਂ ਲਾਈਨ ਵਾਈਜ਼ ਲਾਈਨ ਪੜ੍ਹਦੇ ਹੋਗੇ ਵੀ ਆਹ ਇੱਥੇ ਆ ਇੱਥੇ ਆ, ਉਹ ਇੱਕ ਵਾਰੀ ਰੱਟਾ ਤਾਂ ਲੱਗ ਜਾਂਦਾ ਪਰ ਯਾਦ ਨਹੀਂ ਹੁੰਦੇ। ਪਰ ਤੁਸੀਂ ਇਸ ਤਰੀਕੇ ਨਾਲ ਜਦੋਂ ਡਿਫਾਈਨ ਕਰਕੇ ਲਿਖੋਗੇ ਤਾਂ ਤੁਹਾਡੇ ਆਸਾਨੀ ਨਾਲ ਯਾਦ ਹੋ ਜਾਣਗੇ। ਇਹ ਤੁਹਾਨੂੰ ਮੈਂ ਆਪਣਾ ਤਰੀਕਾ ਦੱਸਦਾ, ਮੈਂ ਤਾਂ ਇੱਦਾਂ ਹੀ ਯਾਦ ਕਰਦਾ, ਬਾਕੀ ਤੁਸੀਂ ਆਪਣਾ ਕਿਵੇਂ ਮਰਜ਼ੀ ਕਰ ਸਕਦੇ ਹੋ, ਠੀਕ ਹੈ ਨਾ। ਅਤੇ ਬਾਕੀ ਆਪਾਂ ਗੱਲ ਕਰਦੇ ਹਾਂ ਜੀ ਕੁਐਸਚਨ ਬਾਰੇ ਹੁਣ ਆਪਣੇ। ਤਾਂ ਆਪਣਾ ਅਗਲਾ ਕੁਐਸਚਨ ਹੈਗਾ, ਵਿਚ ਸਟੇਟ ਵਾਜ਼ ਅਵਾਰਡਡ ਦੀ ਫਸਟ ਪਲੇਸ ਫॉर ਦੀ ਐਕਸਲੈਂਸ ਇਨ ਦੀ ਇੰਪਲੀਮੈਂਟੇਸ਼ਨ ਆਫ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਰਬਨ ਮਿਸ਼ਨ। ਦੇਖੋ ਜੀ ਕਹਿੰਦੇ ਕਿਸ ਰਾਜ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਰਬਨ ਮਿਸ਼ਨ ਨੂੰ ਲਾਗੂ ਕਰਨ ਵਿੱਚ ਉੱਤਮਤਾ ਲਈ ਸਭ ਤੋਂ ਪਹਿਲੇ ਸਥਾਨ 'ਤੇ ਰਿਹਾ ਆਪਣੇ ਭਾਰਤ ਵਿੱਚੋਂ। ਤਾਂ ਜਿਹੜਾ ਇਹ ਸਟੇਟ ਹੈਗਾ ਜੀ ਇਹ ਹੈਗਾ ਉੱਤਰ ਪ੍ਰਦੇਸ਼ ਸਟੇਟ, ਠੀਕ ਹੈ ਨਾ। ਉੱਤਰ ਪ੍ਰਦੇਸ਼ ਸਟੇਟ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਰਬਨ ਨੂੰ ਲਾਗੂ ਕਰਨ ਦੇ ਵਿੱਚ ਪੂਰੇ ਆਪਣੇ ਭਾਰਤ ਦੇ ਸਟੇਟਾਂ ਵਿੱਚੋਂ ਸਭ ਤੋਂ ਟੌਪ 'ਤੇ ਰਿਹਾ ਗਾ। ਬੇਸਿਕਲੀ ਅਗਰ ਆਪਾਂ ਇਸਦੀ ਗੱਲ ਕਰੀਏ ਤਾਂ ਇਸ ਰਿਪੋਰਟ ਵਿੱਚ ਇੱਕ ਤਾਂ ਇਹ ਗੱਲ ਦੱਸੀ ਗਿਆ ਉੱਤਰ ਪ੍ਰਦੇਸ਼ ਬਾਰੇ, ਔਰ ਦੂਜਾ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੇ ਵੀ ਆਪਣੇ ਨਾਰਥ ਈਸਟ ਦੇ ਸਟੇਟ ਹੈਗੇ ਨੇਗੇ, ਔਰ ਜਿਹੜੇ ਆਪਣੇ ਜਿੰਨੇ ਵੀ ਪਹਾੜੀ ਇਲਾਕਿਆਂ ਵਾਲੇ ਜਿਹੜੇ ਰਾਜ ਨੇਗੇ ਉਹਨਾਂ ਦੀ ਰੈਂਕਿੰਗ ਦੇ ਵਿੱਚੋਂ ਜਿਹੜਾ ਤ੍ਰਿਪੁਰਾ ਸਟੇਟ ਹੈਗਾ ਉਹ ਟੌਪ 'ਤੇ ਰਿਹਾ ਇਸ ਸਕੀਮ ਦੇ ਵਿੱਚੋਂ, ਇਸ ਯੋਜਨਾ ਦੇ ਵਿੱਚੋਂ, ਠੀਕ ਹੈ ਨਾ। ਤ੍ਰਿਪੁਰਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਪਹਾੜੀ ਰਾਜਾਂ ਅਤੇ ਨਾਰਥ ਈਸਟ ਵਿੱਚੋਂ ਟੌਪ 'ਤੇ ਆ। ਅਗਰ ਆਪਾਂ ਓਵਰਆਲ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਟੌਪ 'ਤੇ ਹੈਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਰਬਨ ਦੇ ਵਿੱਚ, ਠੀਕ ਹੈ ਨਾ। ਸੋ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ। ਔਰ ਇਸ ਤੋਂ ਇਲਾਵਾ ਇਸ ਰੈਂਕਿੰਗ ਦੇ ਵਿੱਚ ਤੁਸੀਂ ਇੱਕ ਹੋਰ ਗੱਲ ਹੋਰ ਯਾਦ ਰੱਖਣੀ, ਅਗਰ ਆਪਾਂ ਗੱਲ ਕਰੀਏ ਆਪਣੇ ਪੂਰੇ ਭਾਰਤ ਵਿੱਚ ਸਭ ਤੋਂ ਵਧੀਆ ਨਗਰ ਨਿਗਮ ਦਾ ਜਿਹੜਾ ਖਿਤਾਬ ਹੈਗਾ ਉਹ ਕਿਹੜੇ ਸ਼ਹਿਰ ਨੇ ਜਿੱਤਿਆ ਗਾ, ਤਾਂ ਉਹ ਜਿੱਤਿਆ ਜੀ ਵਿਸ਼ਾਖਾਪਤਨਮ ਸ਼ਹਿਰ ਨੇ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਉੱਤਰ ਪ੍ਰਦੇਸ਼ ਟੌਪ 'ਤੇ ਆ, ਔਰ ਸੈਕਿੰਡ ਨੰਬਰ 'ਤੇ ਹੈਗਾ ਜੀ ਮੱਧ ਪ੍ਰਦੇਸ਼, ਔਰ ਥਰਡ ਨੰਬਰ 'ਤੇ ਹੈਗਾ ਆਂਧਰਾ ਪ੍ਰਦੇਸ਼ ਇਸ ਲਿਸਟ ਵਿੱਚੋਂ, ਠੀਕ ਹੈ ਨਾ। ਸੋ ਤੁਹਾਨੂੰ ਇੰਨੇ ਫੈਕਟ ਇਸ ਕੁਐਸਚਨ ਦੇ ਨਾਲ ਰਿਲੇਟਡ ਯਾਦ ਰੱਖਣੇ। ਅੱਛਾ, ਟੌਪ 'ਤੇ ਹੈਗਾ ਉੱਤਰ ਪ੍ਰਦੇਸ਼, ਤਾਂ ਉੱਤਰ ਪ੍ਰਦੇਸ਼ ਬਾਰੇ ਗੱਲਬਾਤ ਕਰ ਲੈਂਦੇ ਹਾਂ ਜੀ। ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਯਾਦ ਰੱਖਣਾ CM ਯੋਗੀ ਆਦਿੱਤਿਆਨਾਥ ਇੱਥੋਂ ਦੇ ਕੌਣ ਨੇ, CM ਨੇ। ਔਰ ਗਵਰਨਰ ਦੀ ਗੱਲ ਕਰੀਏ ਆਨੰਦੀਬੇਨ ਪਟੇਲ ਹੈਗੀ ਆ। ਹਮੇਸ਼ਾ ਦੋ ਫੈਕਟ ਦੱਸਦਾ ਉਹਨਾਂ ਆਨੰਦੀਬੇਨ ਪਟੇਲ ਨਾਲ, ਇਹਨਾਂ ਨੇ ਇੱਕ ਬੁੱਕ ਲਿਖੀ ਸੀ ਬਾਏ ਕਰੋਨਾ ਨਾਂ ਦੀ, ਔਰ ਸੇਫ ਸਿਟੀ ਪ੍ਰੋਜੈਕਟ ਨੂੰ ਵੀ ਲਾਂਚ ਕੀਤਾ ਸੀ ਔਰਤਾਂ ਦੀ ਸੁਰੱਖਿਆ ਵਾਸਤੇ ਆਨੰਦੀਬੇਨ ਪਟੇਲ ਨੇ। ਬਾਕੀ ਉੱਤਰ ਪ੍ਰਦੇਸ਼ ਦੀ ਕੈਪੀਟਲ ਦੀ ਗੱਲ ਕਰੀਏ ਲਖਨਊ ਹੈ, ਗੋਮਤੀ ਨਦੀ ਦੇ ਕਿਨਾਰੇ ਸਥਿਤ ਹੈ ਜੀ ਲਖਨਊ ਸ਼ਹਿਰ, ਔਰ ਨਵਾਬਾਂ ਸ਼ਹਿਰ ਵੀ ਕਿਹਾ ਜਾਂਦਾ ਲਖਨਊ ਨੂੰ। ਬਾਕੀ ਉੱਤਰ ਪ੍ਰਦੇਸ਼ ਦੀਆਂ ਕੁਝ ਕਰੰਟ ਅਫੇਅਰ ਨਿਊਜ਼ ਅਗਰ ਆਪਾਂ ਰਿਵਾਈਜ਼ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਹਾਲ ਹੀ ਦੇ ਵਿੱਚ ਪੜ੍ਹਿਆ ਸੀ ਇੱਕ ਯੋਜਨਾ ਸੀ BC ਸਖੀ ਨਾਂ ਦੀ, ਠੀਕ ਹੈ ਨਾ। ਤਾਂ ਬੈਂਕਿੰਗ ਕਰੋਸਪੋਂਡੈਂਟ ਸਖੀ ਇਹਦਾ ਪੂਰਾ ਨਾਂ ਹੈਗਾ ਗਾ, ਔਰ BC ਸਖੀ ਯੋਜਨਾ ਨੂੰ ਲਾਗੂ ਕੀਤਾ ਸੀਗਾ ਉੱਤਰ ਪ੍ਰਦੇਸ਼ ਸਰਕਾਰ ਨੇ, ਧਿਆਨ ਵਿੱਚ ਰੱਖਣਾ। ਔਰ ਇੱਕ ਅਭਿਆਨ ਸੀ ਵਿਰਾਸਤ ਅਭਿਆਨ, ਇਸ ਨੂੰ ਵੀ ਲਾਂਚ ਕੀਤਾ ਸੀਗਾ ਕਿਹਨੇ, ਉੱਤਰ ਪ੍ਰਦੇਸ਼ ਸਰਕਾਰ ਨੇ, ਤਾਂ ਕਿ ਜਿਹੜੀਆਂ ਆਪਣੀਆਂ ਜ਼ਮੀਨਾਂ ਹੁੰਦੀਆਂ ਉਹਦੇ ਵਿੱਚ ਜਿੰਨੇ ਵੀ ਰੌਲੇ ਰੱਪੇ ਹੁੰਦੇ ਆ ਉਹਨਾਂ ਚੀਜ਼ਾਂ ਨੂੰ ਕੀ ਆ ਰੋਕਿਆ ਜਾ ਸਕੇ। ਔਰ ਉੱਤਰ ਪ੍ਰਦੇਸ਼ ਸਰਕਾਰ ਨੇ ਕਰੋਨਾ ਕਰਕੇ ਹੀ ਇੱਕ ਹੱਥ ਧੋਣਾ ਰੋਕੇ ਕਰੋਨਾ ਨਾਂ ਦਾ ਇੱਕ ਅਭਿਆਨ ਵੀ ਲਾਂਚ ਕੀਤਾ ਸੀ। ਦੇਖੋ ਉੱਤਰ ਪ੍ਰਦੇਸ਼ ਨਾਲ ਨਾ ਦੋ ਗੱਲਾਂ ਯਾਦ ਰੱਖਣੀਆਂ, ਇੱਥੋਂ ਦੋ ਹਵਾਈ ਅੱਡੇ ਨੇ ਜਾਣੀ ਕਿ ਏਅਰਪੋਰਟ ਨੇ, ਉਹਨਾਂ ਦੇ ਨਾਮ ਚੇਂਜ ਕੀਤੇ ਗਏ। ਪਹਿਲਾ ਤਾਂ ਸੀਗਾ ਜੇਵਰ ਗ੍ਰੀਨਫੀਲਡ ਏਅਰਪੋਰਟ, ਉਹਦਾ ਨਾਮ ਬਦਲ ਕੇ ਰੱਖਤਾ ਦੀ ਨੋਇਡਾ ਇੰਟਰਨੈਸ਼ਨਲ ਏਅਰਪੋਰਟ। ਔਰ ਦੂਜਾ ਸੀ ਜੀ ਅਯੋਧਿਆ ਏਅਰਪੋਰਟ, ਅਯੋਧਿਆ ਏਅਰਪੋਰਟ ਦਾ ਨਾਮ ਬਦਲ ਕੇ ਰੱਖਿਆ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਏਅਰਪੋਰਟ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਇੱਥੇ ਨਾ ਬੱਚਿਆਂ ਵਾਸਤੇ ਬਾਲ ਸ਼੍ਰਮਿਕ ਵਿੱਦਿਆ ਯੋਜਨਾ ਨੂੰ ਸ਼ੁਰੂ ਕੀਤਾ ਸੀ ਉੱਤਰ ਪ੍ਰਦੇਸ਼ ਸਰਕਾਰ ਨੇ। ਔਰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਟੈਰਾਕੋਟਾ ਨੂੰ GI ਟੈਗ ਵੀ ਮਿਲਿਆ ਸੀਗਾ ਹਾਲ ਹੀ ਦੇ ਵਿੱਚ, ਠੀਕ ਹੈ, ਉਹ ਵੀ ਤੁਸੀਂ ਯਾਦ ਰੱਖਣਾ। ਔਰ ਇੱਥੋਂ ਦੀਆਂ ਕੁਝ ਯੋਜਨਾ ਨੇ ਜਿਵੇਂ ਕਿ ਨਵੀਨ ਰੁਜ਼ਗਾਰ ਛੱਤਰੀ ਯੋਜਨਾ, ਇਹ ਵੀ ਉੱਤਰ ਪ੍ਰਦੇਸ਼ ਦੀ ਹੈ ਜੀ, ਠੀਕ ਹੈ ਨਾ, ਤੁਹਾਨੂੰ ਯਾਦ ਰੱਖਣੀ। ਔਰ ਇੱਕ ਆਪਰੇਸ਼ਨ ਦੁਰਾਚਾਰੀ ਔਰਤਾਂ ਵਾਸਤੇ ਲਾਂਚ ਕੀਤਾ ਸੀਗਾ, ਇਹ ਵੀ ਉੱਤਰ ਪ੍ਰਦੇਸ਼ ਦਾ ਹੀ ਹੈਗਾ ਗਾ। ਔਰ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਨੇ ਜਿੰਨੇ ਵੀ ਇੱਥੇ ਸਟੂਡੈਂਟ ਨੇ ਤਾਂ ਉਹਨਾਂ ਲਈ ਨਾ ਇੱਕ ਪੋਰਟਲ ਸੀ ਜਿਹਦਾ ਨਾਂ ਸੀ ਯੂ ਰਾਈਜ਼, ਇਹ ਪੋਰਟਲ ਵੀ ਕੀ ਆ ਉੱਤਰ ਪ੍ਰਦੇਸ਼ ਸਰਕਾਰ ਨੇ ਹੀ ਲਾਂਚ ਕੀਤਾ ਸੀ ਤਾਂ ਕਿ ਸਟੂਡੈਂਟਾਂ ਨੂੰ
ਟੈਕਨੀਕਲ ਜਿਹੜੀ ਐਜੂਕੇਸ਼ਨ ਆ ਉਹ ਪ੍ਰਦਾਨ ਕੀਤੀ ਜਾ ਸਕੇ। ਠੀਕ ਹੈ ਨਾ। ਸੋ ਬਾਕੀ ਇੰਨੀਆਂ ਸਾਰੀਆਂ ਨਿਊਜ਼ ਤੁਸੀਂ ਉੱਤਰ ਪ੍ਰਦੇਸ਼ ਨਾਲ ਰਿਲੇਟਡ ਯਾਦ ਰੱਖੇ ਨੇ, ਇਹ ਸਾਰੀਆਂ ਹੀ ਇੰਪੋਰਟੈਂਟ ਜਿਹੜੀਆਂ ਹੈਗੀਆਂ ਨੇਗੀਆਂ। ਸੋ ਗੱਲ ਕਰਦੇ ਹਾਂ ਅੱਜ ਦੇ ਅਗਲੇ ਕੁਐਸਚਨ ਬਾਰੇ ਜੀ। ਵਿਚ ਸਟੇਟ ਗਵਰਨਮੈਂਟ ਹੈਜ਼ ਸਟਾਰਟਡ ਦੀ ਵਿਸ਼ਵਕਰਮਾ ਸ਼ਰਮ ਸਨਮਾਨ ਯੋਜਨਾ। ਦੇਖੋ ਜੀ, ਕਹਿੰਦੇ ਕਿਹੜੇ ਰਾਜ ਸਰਕਾਰ ਨੇ ਵਿਸ਼ਵਕਰਮਾ ਸ਼ਰਨ ਨਹੀਂ ਇੱਥੇ ਕਰਨਾ ਸ਼ਰਮ, ਠੀਕ ਹੈ ਨਾ, ਸ਼ਰਮ ਸਨਮਾਨ ਯੋਜਨਾ ਨੂੰ ਸ਼ੁਰੂ ਕੀਤਾ ਗਾ। ਤਾਂ ਇਸ ਯੋਜਨਾ ਨੂੰ ਸ਼ੁਰੂ ਕੀਤਾ ਜੀ ਵੀ ਉੱਤਰ ਪ੍ਰਦੇਸ਼ ਸਰਕਾਰ ਨੇ। ਦੇਖੋ ਤੁਹਾਨੂੰ ਦੋਨੇ ਯੋਜਨਾ ਯਾਦ ਰੱਖਣੀਆਂ। ਇਸ ਤੋਂ ਪਹਿਲਾਂ ਆਪਾਂ ਪੜ੍ਹ ਕੇ ਹਟਾਂਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਰੈਂਕਿੰਗ ਦੇ ਵਿੱਚ ਸਭ ਤੋਂ ਟੌਪ 'ਤੇ ਰਿਹਾ ਸੀ ਉੱਤਰ ਪ੍ਰਦੇਸ਼, ਔਰ ਜਿਹੜੀ ਅੱਜ ਦੀ ਇਹ ਸੈਕਿੰਡ ਨਿਊਜ਼ ਉੱਤਰ ਪ੍ਰਦੇਸ਼ ਹੀ ਯਾਦ ਰੱਖਣਾ ਜੀ। ਵਿਸ਼ਵਕਰਮਾ ਸ਼ਰਮ ਸਨਮਾਨ ਯੋਜਨਾ ਨੂੰ ਸ਼ੁਰੂ ਕੀਤਾ ਗਾ ਕਿਸ ਨੇ? ਉੱਤਰ ਪ੍ਰਦੇਸ਼ ਸਰਕਾਰ ਨੇ। ਬਾਕੀ ਇਸ ਯੋਜਨਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜਿੰਨੇ ਵੀ ਦੇਖੋ ਉੱਤਰ ਪ੍ਰਦੇਸ਼ ਦੇ ਆਰਥਿਕ ਤੌਰ 'ਤੇ ਜਿਹੜੇ ਕਮਜ਼ੋਰ ਵਰਗ ਦੇ ਜਿੰਨੇ ਵੀ ਆਉਂਦੇ ਨੇਗੇ, ਠੀਕ ਹੈ, ਜਿਵੇਂ ਕਿ ਮਜ਼ਦੂਰ ਵਗੈਰਾ ਜਾਂ ਕੋਈ ਵੀ ਆਪਣੀ ਦਿਨ ਦੀ ਦਿਹਾੜੀ ਕਰਕੇ ਜਿਹੜਾ ਖਾਂਦਾ ਗਾ, ਠੀਕ ਹੈ, ਬੰਦਾ ਜਿਹੜਾ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਹੈ, ਤਾਂ ਉਹਨਾਂ ਦਾ ਜਿਹੜਾ ਵੀ ਕੋਈ ਵੀ ਉਹ ਆਪਣਾ ਕੰਮ ਧੰਦਾ ਕਰਦੇ ਨੇਗੇ, ਵਪਾਰ ਕਰਦੇ ਨੇ, ਜਿਵੇਂ ਕਿ ਕੋਈ ਵੀ ਲੁਹਾਰ ਹੋ ਗਿਆ, ਦਰਜੀ ਹੋ ਗਿਆ, ਅਜਿਹੇ ਤਰੀਕੇ ਦੇ ਕੰਮ ਕਰਦੇ ਆ, ਤਾਂ ਉਹਨਾਂ ਦੇ ਵਪਾਰ ਨੂੰ ਵਧਾਉਣ ਵਾਸਤੇ ਇਹ ਜਿਹੜੀ ਯੋਜਨਾ ਨੂੰ ਸ਼ੁਰੂ ਕੀਤਾ ਗਾ ਵਿਸ਼ਵਕਰਮਾ ਸ਼ਰਮ ਸਨਮਾਨ ਯੋਜਨਾ ਜਿਹੜਾ ਨਾਮ ਹੈਗਾ, ਔਰ ਉੱਤਰ ਪ੍ਰਦੇਸ਼ ਦੀ ਇਹ ਯੋਜਨਾ ਹੈਗੀ ਆ। ਬਾਕੀ ਉੱਤਰ ਪ੍ਰਦੇਸ਼ ਬਾਰੇ ਤਾਂ ਆਪਾਂ ਹੁਣੀ ਗੱਲਬਾਤ ਕਰਕੇ ਹਟੇ ਪਿਛਲੇ ਕੁਐਸਚਨ ਵਿੱਚ, ਠੀਕ ਹੈ ਨਾ। ਸੋ ਇਹ ਤੁਹਾਨੂੰ ਧਿਆਨ ਵਿੱਚ ਰੱਖਣਾ। ਗੱਲ ਕਰਦੇ ਅੱਜ ਦੇ ਅਗਲੇ ਕੁਐਸਚਨ ਬਾਰੇ ਜੀ। ਵਿਚ ਕੰਟਰੀ ਪਾਸਡ ਦੀ ਮਲਾਲਾ ਯੂਸਫਜ਼ਾਈ ਸਕਾਲਰਸ਼ਿਪ ਐਕਟ ਫॉर ਦੀ ਪਾਕਿਸਤਾਨੀ ਵੂਮੈਨਸ ਇਨ ਜਨਵਰੀ 2021। ਕਹਿੰਦੇ ਜੀ ਕਿਸ ਦੇਸ਼ ਨੇ ਜਨਵਰੀ 2021 ਵਿੱਚ ਜਾਣੀ ਕਿ ਹੁਣ ਪਾਕਿਸਤਾਨੀ ਔਰਤਾਂ ਦੇ ਲਈ ਮਲਾਲਾ ਯੂਸਫਜ਼ਾਈ ਸਕਾਲਰਸ਼ਿਪ ਐਕਟ ਨੂੰ ਪਾਸ ਕੀਤਾ ਗਾ। ਅਤੇ ਕੁਐਸਚਨ ਇੰਪੋਰਟੈਂਟ ਰਹਿਣ ਵਾਲਾ ਜੀ ਆਪਣੇ ਲਈ। ਔਰ ਇਸ ਐਕਟ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਨੂੰ ਪਾਸ ਕੀਤਾ ਗਾ ਅਮਰੀਕਾ ਨੇ, ਠੀਕ ਹੈ ਨਾ। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਹੈ ਜੀ। ਦੇਖੋ ਅਗਰ ਆਪਾਂ ਗੱਲ ਕਰੀਏ ਵੀ ਇਹ ਐਕਟ ਹੈਗਾ ਕੀ ਹੈਗਾ, 2020 ਦੇ ਵਿੱਚ ਇਸ ਨੂੰ ਬਿੱਲ ਨੂੰ ਲਿਆਂਦਾ ਗਿਆ ਸੀ ਅਤੇ ਹੁਣ ਐਕਟ ਬਣਾ ਦਿੱਤਾ ਅਮਰੀਕਾ ਨੇ ਇਸ ਨੂੰ। ਜਿੰਨੀਆਂ ਵੀ ਪਾਕਿਸਤਾਨ ਦੀਆਂ ਔਰਤਾਂ ਨੇ ਗਿਆ ਜਿਨ੍ਹਾਂ ਨੇ ਕਿ ਹਾਇਰ ਮਤਲਬ ਐਜੂਕੇਸ਼ਨ ਪ੍ਰਾਪਤ ਕਰਨੀ ਹੈਗੀ ਹੁਣ, ਠੀਕ ਹੈ ਨਾ, ਤਾਂ ਉਹਨਾਂ ਲਈ ਸਾਲ 2020 ਤੋਂ ਲੈ ਕੇ ਸਾਲ 2022 ਤੱਕ ਜਿੰਨੀਆਂ ਵੀ ਔਰਤਾਂ ਹੋਣਗੀਆਂ ਔਰ ਉਹਨਾਂ ਦੇ ਲਈ 50% ਸਕਾਲਰਸ਼ਿਪ ਦੇਵੇਗੀ ਅਮਰੀਕਾ, ਠੀਕ ਹੈ ਨਾ। ਸੋ ਤੁਹਾਨੂੰ ਧਿਆਨ ਵਿੱਚ ਰੱਖਣਾ ਇਸ ਐਕਟ ਬਾਰੇ। ਇਸ ਨੂੰ ਪਾਸ ਕੀਤਾ ਜੀ ਹੁਣ ਅਮਰੀਕਾ ਦੇ ਦੁਆਰਾ। ਬਾਕੀ ਅਗਰ ਆਪਾਂ ਮਲਾਲਾ ਯੂਸਫਜ਼ਾਈ ਦੀ ਅਗਰ ਆਪਾਂ ਗੱਲ ਕਰੀਏ ਕੌਣ ਸੀਗੇ, ਤਾਂ ਇਹਨਾਂ ਬਾਰੇ ਯਾਦ ਰੱਖਣਾ ਸਭ ਤੋਂ ਘੱਟ ਉਮਰ ਦੇ ਵਿੱਚ ਜਿਹੜੇ ਨੋਬਲ ਪੀਸ ਪ੍ਰਾਈਜ਼ ਪ੍ਰਾਪਤ ਕਰਨ ਵਾਲੇ ਅਗਰ ਕੋਈ ਹੈਗੇ ਸੀਗੇ ਤਾਂ ਉਹ ਨੇਗੇ ਮਲਾਲਾ ਯੂਸਫਜ਼ਾਈ। 2014 ਦੇ ਵਿੱਚ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਸੀਗਾ, ਠੀਕ ਹੈ ਨਾ। ਯਾਦ ਰੱਖਣਾ ਇਹਨਾਂ ਬਾਰੇ ਵੀ, ਕੁਐਸਚਨ ਇਹ ਇੰਪੋਰਟੈਂਟ ਹੈ। ਸੋ ਗੱਲ ਕਰਦੇ ਹਾਂ ਅਗਲੇ ਕੁਐਸਚਨ ਬਾਰੇ ਹੁਣ ਆਪਾਂ। ਵਿਚ ਸਟੇਟ ਗਵਰਨਮੈਂਟ ਹੈਜ਼ ਐਸਟੈਬਲਿਸ਼ ਦੀ ਤਮਿਲ ਅਕੈਡਮੀ। ਕਿਹੜੇ ਰਾਜ ਸਰਕਾਰ ਨੇ ਤਮਿਲ ਅਕੈਡਮੀ ਦੀ ਸਥਾਪਨਾ ਹੁਣ ਕੀਤੀ ਹੈਗੀ? ਤਾਂ ਇਹਦੀ ਸਥਾਪਨਾ ਕੀਤੀ ਹੈ ਜੀ ਦਿੱਲੀ ਸਰਕਾਰ ਦੇ ਵੱਲੋਂ। ਦਿੱਲੀ ਦੇ ਕਲਾ ਅਤੇ ਸੰਸਕ੍ਰਿਤੀ ਵਿਭਾਗ ਦੇ ਦੁਆਰਾ ਜਿਹੜੀ ਵੀ ਤਮਿਲਨਾਡੂ ਦੀ ਮਤਲਬ ਕਲਾ ਗੀ ਔਰ ਸੰਸਕ੍ਰਿਤੀ ਆ ਉਹਨੂੰ ਅੱਗੇ ਲਿਆਉਣ ਵਾਸਤੇ ਇਹਦੀ ਜਿਹੜੀ ਸਥਾਪਨਾ ਕੀਤੀ ਗਈ ਅਕੈਡਮੀ ਦੀ ਦਿੱਲੀ ਦੇ ਵਿੱਚ ਕੀ ਹੁਣ ਕੀਤੀ ਗਈ ਹੈਗੀ। ਸੋ ਕੁਐਸਚਨ ਇੰਪੋਰਟੈਂਟ ਹੈ, ਧਿਆਨ ਵਿੱਚ ਜ਼ਰੂਰ ਰੱਖਣਾ। ਬਾਕੀ ਦਿੱਲੀ ਬਾਰੇ ਗੱਲ ਕਰੀਏ ਤਾਂ ਸੀਐਮ ਤਾਂ ਆਪਾਂ ਨੂੰ ਪਤਾ ਹੈ ਅਰਵਿੰਦ ਕੇਜਰੀਵਾਲ ਹੈਗੇ ਨੇਗੇ, ਔਰ ਡਿਪਟੀ ਸੀਐਮ ਕੌਣ ਨੇ? ਮਨੀਸ਼ ਸਿਸੋਦੀਆ ਹੈਗੇ ਨੇਗੇ, ਔਰ ਇੱਥੋਂ ਲੈਫਟੀਨੈਂਟ ਗਵਰਨਰ ਕੌਣ ਨੇ? ਅਨਿਲ ਬੈਜਲ ਹੈਗੇ ਨੇਗੇ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਦਿੱਲੀ ਬਾਰੇ ਅਗਰ ਆਪਾਂ ਗੱਲ ਕਰੀਏ, ਦੇਖੋ ਇੱਕ ਨਾ ਰਿਪੋਰਟ ਆਈ ਸੀਗੀ ਆਪਣੀ ਦੁਨੀਆ ਦੇ ਸਰਵਉੱਚ ਸ਼ਹਿਰਾਂ ਦੀ ਰਿਪੋਰਟ। ਉਹਦੇ ਵਿੱਚ ਭਾਰਤ ਦਾ ਇੱਕੋ ਇੱਕ ਸ਼ਹਿਰ ਸ਼ਾਮਿਲ ਕੀਤਾ ਗਿਆ ਸੀ, ਉਹ ਸੀ ਦਿੱਲੀ, ਠੀਕ ਹੈ ਨਾ। ਪੂਰੇ ਵਿਸ਼ਵ ਦੇ ਵਿੱਚੋਂ ਗੱਲ ਕਰੀਏ ਤਾਂ 62ਵੇਂ ਨੰਬਰ 'ਤੇ ਹੈਗਾ ਸੀ ਦਿੱਲੀ, ਠੀਕ ਹੈ ਨਾ, ਜਾਣੀ ਕਿ ਦੁਨੀਆ ਦੇ ਸਭ ਤੋਂ ਜਿਹੜੇ ਚੋਟੀ ਦੇ ਸ਼ਹਿਰ ਨੇਗੇ। ਔਰ ਇਸ ਲਿਸਟ ਵਿੱਚ ਟੌਪ 'ਤੇ ਗੱਲ ਕਰਾਂ ਤਾਂ ਲੰਡਨ ਸ਼ਹਿਰ ਹੈਗਾ ਸੀਗਾ, ਠੀਕ ਹੈ ਨਾ। ਬਾਕੀ ਦਿੱਲੀ ਬਾਰੇ ਗੱਲ ਕਰੀਏ ਤਾਂ ਇਹਨੇ ਇੱਕ ਅਭਿਆਨ ਲਾਂਚ ਕੀਤਾ ਸੀ ਰੀਸੈਂਟ ਵਿੱਚ, ਜਿਹਦਾ ਨਾਮ ਸੀ ਰੈੱਡ ਲਾਈਟ ਔਨ ਗਾਡੀ ਆਫ, ਠੀਕ ਹੈ, ਯਾਦ ਰੱਖਣਾ। ਔਰ ਆਪਣੇ ਦੇਸ਼ ਦਾ ਸਭ ਤੋਂ ਪਹਿਲਾ ਪਲਾਜ਼ਮਾ ਬੈਂਕ ਬਣਾਇਆ ਗਿਆ ਹੁਣ ਦਿੱਲੀ ਦੇ ਵਿੱਚ, ਯਾਦ ਰੱਖਣਾ। ਦਿੱਲੀ ਦਾ ਇੱਕ ਅਭਿਆਨ ਸੀਗਾ ਪੌਦੇ ਲਗਾਓ ਵਾਤਾਵਰਨ ਬਚਾਓ ਨਾਂ ਦਾ, ਇਹ ਯਾਦ ਰੱਖਣਾ, ਠੀਕ ਹੈ ਨਾ। ਔਰ ਕੋਵਿਡ ਦੇ ਸਮੇਂ, ਠੀਕ ਹੈ ਨਾ, ਦਿੱਲੀ ਨੇ ਇੱਕ ਨਾ ਪਲਾਨ ਲਾਂਚ ਕੀਤਾ ਸੀ ਜਿਹਦਾ ਨਾਂ ਸੀ 5T ਐਕਸ਼ਨ ਪਲਾਨ, ਠੀਕ ਹੈ ਨਾ, ਯਾਦ ਰੱਖਣਾ। ਇਹ ਦਿੱਲੀ ਦਾ ਹੀ ਹੈਗਾ ਸੀਗਾ। ਸੋ ਇੰਨੇ ਫੈਕਟ ਤੁਸੀਂ ਦਿੱਲੀ ਨਾਲ ਰਿਲੇਟਡ ਯਾਦ ਰੱਖਣੇ ਆ ਜੀ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਹੁਣ ਆਪਾਂ। ਇਸਰੋ ਪ੍ਰੈਜ਼ੀਡੈਂਟ ਟਰਮ ਐਕਸਟੈਂਡਡ ਫॉर 1 ਈਅਰ ਬਟ ਇਜ਼ ਹਿਜ਼ ਨੇਮ। ਦੇਖੋ ਜੀ, ਕਹਿੰਦੇ ਇਸਰੋ ਦੇ ਪ੍ਰਧਾਨ ਦੀ ਜਿਹੜੀ ਮਿਆਦ ਜਾਣੀ ਕਿ ਕਾਰਜਕਾਲ ਹੈ 1 ਸਾਲ ਲਈ ਹੋਰ ਵਧਾ ਦਿੱਤਾ ਗਿਆ ਗਾ, ਅਤੇ ਉਹਨਾਂ ਦਾ ਨਾਮ ਕੀ ਹੈ? ਲਗਭਗ ਆਪਾਂ ਸਭ ਨੂੰ ਹੀ ਪਤਾ ਜੀ। ਇਸਰੋ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦਾ ਨਾਂ ਹੈਗਾ ਕੇ ਸਿਵਾਨ ਸਾਹਿਬ। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਹੈ ਜੀ ਆਪਣਾ। ਔਰ ਇੱਕ ਇੰਪੋਰਟੈਂਟ ਕੁਐਸਚਨ ਵੀ ਰਹੇਗਾ। ਦੇਖੋ ਇਹ ਨਾ ਮਿਲਦਾ ਜਦੋਂ ਤੁਹਾਨੂੰ ਮੈਂ ਇੱਕ ਕੁਐਸਚਨ ਹੋਰ ਰਿਵਾਈਜ਼ ਕਰਾਉਣਾ। ਥੋੜ੍ਹੇ ਦਿਨ ਆਪਾਂ ਨੇ ਪੜ੍ਹਿਆ ਸੀ ਥੋੜ੍ਹੇ ਦਿਨ ਪਹਿਲਾਂ ਹੀ, ਜਿਹੜੀ DRDO ਹੈਗੀ, ਠੀਕ ਹੈ ਨਾ, ਉਹਦੇ ਜਿਹੜੇ ਚੇਅਰਮੈਨ ਨੇ ਉਹਦੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਵੀ ਕਾਰਜਕਾਲ ਵਧਾਇਆ ਗਿਆ ਸੀ। ਅਤੇ ਇਹਦੇ ਪ੍ਰੈਜ਼ੀਡੈਂਟ ਨਾਂ ਕੀ ਆ? ਤਾਂ ਇਹਦੇ ਪ੍ਰੈਜ਼ੀਡੈਂਟ ਨਾਂ ਹੈਗਾ ਜੀ ਸਤੀਸ਼ ਰੈੱਡੀ ਸਾਹਿਬ, ਠੀਕ ਹੈ ਨਾ, ਆਪਸ਼ਨ ਨੰਬਰ ਡੀ। ਔਰ ਇਹਨਾਂ ਦਾ ਜਿਹੜਾ ਕਾਰਜਕਾਲ ਹੈ 2 ਸਾਲਾਂ ਵਾਸਤੇ ਵਧਿਆ ਸੀ। ਔਰ ਕੇ ਸਿਵਾਨ ਦਾ ਜਿਹੜਾ ਕਾਰਜਕਾਲ ਹੈ ਇਹ ਹੁਣ 1 ਸਾਲ ਵਾਸਤੇ ਜਿਹੜਾ ਵਧਾ ਦਿੱਤਾ ਗਿਆ। ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਕੇ ਗੋਪਾਲ ਕ੍ਰਿਸ਼ਨਨ ਬਹੁਤ ਵਾਰੀ ਪੜ੍ਹ ਲਿਆ ਆਪਾਂ ਨੇ। ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹਨਾਂ ਨੂੰ ਰਿਜ਼ਰਵ ਬੈਂਕ ਇਨੋਵੇਸ਼ਨ ਹੱਬ ਦਾ ਚੇਅਰਮੈਨ ਬਣਾਇਆ ਸੀਗਾ।
और उमेश सिन्हा कौन है जी, अपने कल ही पढ़े शायद परसों डिप्टी इलैक्शन कमिश्नर बने ने अपने ये, ठीक है ना, उमेश सिन्हा, इन्होंने बारे याद रखना। बाकी इसरो बारे गल आई है, इसरो बारे याद रखना, इंडियन स्पेस रिसर्च ऑर्गेनाइजेशन का पूरा नाम है, स्थापना हुई सी 1969 ਨੂੰ और ये चेयरमैन है ने के सिवान साहब और ਇਹਦਾ ਹੈੱਡਕੁਆਟਰ ਕਿੱਥੇ ਹੈ ਜੀ, ਬੈਂਗਲੁਰੂ ਸ਼ਹਿਰ ਵਿੱਚ ਹੈਗਾ, ਠੀਕ ਹੈ, ਯਾਦ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਹੁਣ ਆਪਾਂ। ਮੱਲਿਆ ਦੁਤੀਰਾਏ ਹੈਜ਼ ਬਿਕਮ ਦੀ 38th ਡਿਸਟ੍ਰਿਕਟ ਆਫ ਵਿਚ ਸਟੇਟ, ਕਹਿੰਦੇ ਜੀ ਮੱਲਿਆ ਦੁਤੀਰਾਏ ਕਿਹੜੇ ਰਾਜ ਦਾ 38ਵਾਂ ਜਿਹੜਾ ਜ਼ਿਲ੍ਹਾ ਬਣ ਚੁੱਕਿਆ ਗਾ ਹੁਣ। ਦੇਖੋ ਜੀ ਇੰਪੋਰਟੈਂਟ ਰਹੇਗਾ, ਔਰ ਜਿਹੜਾ ਨਵਾਂ ਜ਼ਿਲ੍ਹਾ ਗਾ ਇਹ ਬਣਿਆ ਜੀ ਹੁਣ ਤਮਿਲਨਾਡੂ ਦਾ। ਤਮਿਲਨਾਡੂ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਜ਼ਿਲ੍ਹਾ ਸੀਗਾ ਨਾਗਪੱਟੀਨਮ ਨਾਂ ਦਾ, ਨਾਗਪੱਟੀਨਮ ਨਾਂ ਦੇ ਜ਼ਿਲ੍ਹੇ ਤੋਂ ਇਸ ਜ਼ਿਲ੍ਹੇ ਨੂੰ ਵੱਖ ਕੀਤਾ ਗਿਆ ਗਾ, ਜਿਹਦਾ ਨਾਂ ਗਾ ਮੱਲਿਆ ਦੁਤੀਰਾਏ, ਔਰ ਇਹ ਤਮਿਲਨਾਡੂ ਦਾ ਜ਼ਿਲ੍ਹਾ ਹੈਗਾ ਸੋ ਤਾਂ ਕਰਕੇ ਇਹ ਇੰਪੋਰਟੈਂਟ ਰਹੇਗਾ ਆਪਣੇ ਲਈ। ਬਾਕੀ ਤਮਿਲਨਾਡੂ ਬਾਰੇ ਗੱਲ ਕਰੀਏ ਤਾਂ ਇੰਪੋਰਟੈਂਟ ਰਹੇਗਾ। ਕੈਪੀਟਲ ਯਾਦ ਰੱਖਣਾ ਜੀ ਚੇਨਈ ਹੈ, ਔਰ ਚੇਨਈ ਨਾਲ ਇੱਕ ਫੈਕਟ ਯਾਦ ਰੱਖਣਾ, ਚੇਨਈ ਦੇ ਵਿੱਚ ਹਾਲ ਹੀ ਦੇ ਵਿੱਚ ਨਾ ਚਮੜਾ ਅਨੁਸੰਧਾਨ ਕੇਂਦਰ ਖੋਲ੍ਹਿਆ ਗਿਆ ਸੀ ਇੱਕ, ਠੀਕ ਹੈ ਨਾ। ਬਾਕੀ ਤਮਿਲਨਾਡੂ ਦੇ ਸੀਐਮ ਕੌਣ ਨੇ, ਏਡਾਪੱਡੀ ਕੇ ਪਲਾਨਾਸਵਾਮੀ ਹੈਗੇ ਨੇ ਜੀ। ਗਵਰਨਰ ਦੀ ਮੈਂ ਗੱਲ ਕਰਾਂ ਤਾਂ ਬਨਵਾਰੀ ਲਾਲ ਪੁਰੋਹਿਤ ਹੈਗੇ ਨੇਗੇ, ਠੀਕ ਹੈ ਨਾ। ਔਰ ਤਮਿਲਨਾਡੂ ਦੇ ਇੱਕ ਤੁਹਾਨੂੰ ਨਿਊਜ਼ ਆਦਾ, ਇੱਥੋਂ ਨਵੇਂ ਚੀਫ ਜਸਟਿਸ ਬਣੇ ਨੇ ਹੁਣ, ਔਰ ਜਿਨ੍ਹਾਂ ਦਾ ਹੈਗਾ ਸੰਜੀਵ ਬੈਨਰਜੀ। ਵੈਸੇ ਅੱਗੇ ਸ਼ਾਇਦ ਕੁਐਸਚਨ ਹੈਗਾ ਗਾ ਜਿਹੜੀ ਕਲਾਸ ਵਿੱਚ ਹੀ ਪੜ੍ਹਾਂਗੇ, ਤਾਂ ਯਾਦ ਰੱਖਣਾ ਸੰਜੀਵ ਬੈਨਰਜੀ ਨਵੇਂ ਚੀਫ ਜਸਟਿਸ ਬਣੇ ਨੇਗੇ। ਬਾਕੀ ਤਮਿਲਨਾਡੂ ਦੀ ਗੱਲ ਆਈ ਹੈ ਤਾਂ ਤਮਿਲਨਾਡੂ ਬਾਰੇ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਤਮਿਲਨਾਡੂ ਬਾਰੇ ਯਾਦ ਰੱਖਣਾ ਇਹਨੇ ਇੱਕ ਕਲੀਨਿਕ ਖੋਲ੍ਹਿਆ ਸੀ ਜਿਹਦਾ ਅਸੀਂ ਅੰਮਾ ਮਿੰਨੀ ਕਲੀਨਿਕ ਆਪਾਂ ਨੇ ਪੜ੍ਹਿਆ ਵੀ ਹੈਗਾ ਸੀ, ਠੀਕ ਹੈ ਨਾ, ਯਾਦ ਰੱਖਣਾ। ਔਰ ਤਮਿਲਨਾਡੂ ਦੇ ਬਾਰੇ ਯਾਦ ਰੱਖਣਾ ਜਿਹੜੀ ਓਲਾ ਕੰਪਨੀ ਹੈ, ਠੀਕ ਹੈ ਨਾ, ਓਲਾ ਕੰਪਨੀ ਆਪਣੀ ਦੁਨੀਆ ਦਾ ਸਭ ਤੋਂ ਵੱਡਾ ਸਕੂਟਰ ਕਾਰਖਾਨਾ ਖੋਲ੍ਹਣ ਜਾ ਰਹੀ ਹੈ ਹੁਣ ਤਮਿਲਨਾਡੂ ਦੇ ਵਿੱਚ, ਠੀਕ ਹੈ ਨਾ। ਪੂਰੀ ਦੁਨੀਆ ਦਾ ਸਭ ਤੋਂ ਵੱਡਾ ਸਕੂਟਰ ਕਾਰਖਾਨਾ ਹੋਏਗਾ ਓਲਾ ਦੇ ਦੁਆਰਾ ਇਹਨੂੰ ਖੋਲ੍ਹਿਆ ਜਾਏਗਾ। ਔਰ ਇੱਕ ਰਿਪੋਰਟ ਆਈ ਸੀਗੀ ਅੰਗਦਾਨ ਵਾਲੀ, ਠੀਕ ਹੈ ਨਾ, ਜਾਣੀ ਕਿ ਅੰਗਦਾਨ ਕਰਨ ਦੇ ਵਿੱਚ ਲਗਾਤਾਰ 6 ਸਾਲ ਹੋ ਗਏ ਜਿਹੜਾ ਤਮਿਲਨਾਡੂ ਆ ਆਪਣੇ ਇੰਡੀਆ ਦਾ ਟੌਪ 'ਤੇ ਜਿਹੜਾ ਚੱਲ ਰਿਹਾ ਗਾ ਸਟੇਟ, ਠੀਕ ਹੈ, ਯਾਦ ਰੱਖਣਾ। ਬਾਕੀ ਇੱਥੋਂ ਦੀ ਇੱਕ ਯੋਜਨਾ ਸੀ ਜਿਹੜੀ ਆਪਾਂ ਨੇ ਪੜ੍ਹੀ ਵੀ ਸੀ ਰੀਸੈਂਟ ਵਿੱਚ, ਸਮਾਰਟ ਬਲੈਕ ਬੋਰਡ ਯੋਜਨਾ, ਤਮਿਲਨਾਡੂ ਦੀ ਹੀ ਹੈਗੀ ਸੀ। ਅੱਛਾ, ਤਮਿਲਨਾਡੂ ਦੀ ਇੱਕ ਲੇਡੀ ਹੈ ਜਿਹਦਾ ਨਾਮ ਹੈ ਐਮ ਵੀਰਾ ਲਕਸ਼ਮੀ। ਐਮ ਵੀਰਾ ਲਕਸ਼ਮੀ ਕੌਣ ਹੈਗੀ, ਯਾਦ ਰੱਖਣਾ ਆਪਣੇ ਭਾਰਤ ਦੀ ਪਹਿਲੀ ਮਹਿਲਾ ਐਂਬੂਲੈਂਸ ਡਰਾਈਵਰ ਹੈਗੀ ਹੈ ਐਮ ਵੀਰਾ ਲਕਸ਼ਮੀ, ਠੀਕ ਹੈ ਨਾ। ਔਰ ਇਸੇ ਤਰੀਕੇ ਨਾਲ ਤੁਹਾਨੂੰ ਮੈਂ ਇੱਕ ਕੁਐਸਚਨ ਹੋਰ ਕਰਵਾਇਆ ਸੀਗਾ, ਜੰਮੂ ਕਸ਼ਮੀਰ ਦੀ ਇੱਕ ਲੇਡੀ ਸੀ ਜਿਹਦਾ ਨਾਂ ਸੀ ਪੂਜਾ, ਠੀਕ ਹੈ ਨਾ। ਪੂਜਾ ਕੌਣ ਸੀ, ਜੰਮੂ ਕਸ਼ਮੀਰ ਦੀ ਪਹਿਲੀ ਬੱਸ ਡਰਾਈਵਰ ਹੈਗੀ ਸੀਗੀ ਲੇਡੀ, ਠੀਕ ਹੈ ਨਾ, ਯਾਦ ਰੱਖਣਾ। ਸੋ ਇਹਨਾਂ ਬਾਰੇ ਵੀ ਤੁਹਾਨੂੰ ਯਾਦ ਰੱਖਣਾ, ਸਾਰੇ ਕੁਐਸਚਨ ਜਿਹੜੇ ਇੰਪੋਰਟੈਂਟ ਹੈਗੇ ਨੇਗੇ। ਗੱਲ ਕਰਦੇ ਅੱਜ ਦੇ ਨੈਕਸਟ ਕੁਐਸਚਨ ਬਾਰੇ ਜੀ ਹੁਣ ਆਪਾਂ। ਇਨ ਬਟ ਨੇਮ ਹੈਜ਼ ਦੀ ਮਿਨਿਸਟਰੀ ਆਫ ਰੇਲਵੇਜ਼ ਰਿਲੀਜ਼ਡ ਅ ਬੁਕਲੇਟ ਔਨ ਦੀ ਅਚੀਵਮੈਂਟ ਆਫ ਦੀ ਮਿਨਿਸਟਰੀ ਆਫ ਰੇਲਵੇਜ਼ ਇਨ 2020। ਦੇਖੋ ਜੀ ਕਹਿੰਦੇ ਰੇਲਵੇ ਮੰਤਰਾਲਿਆ ਨੇ ਕਿਹੜੇ ਨਾਮ ਤੋਂ ਸਾਲ 2020 ਦੇ ਵਿੱਚ ਰੇਲਵੇ ਮੰਤਰਾਲੇ ਦੀਆਂ ਪ੍ਰਾਪਤੀਆਂ ਬਾਰੇ ਇੱਕ ਬੁਕਲੇਟ ਨੂੰ ਜਾਰੀ ਕੀਤਾ ਗਾ, ਅਤੇ ਬੁਕਲੇਟ ਦਾ ਨਾਮ ਇੰਪੋਰਟੈਂਟ ਰਹੇਗਾ ਆਪਣੇ ਲਈ। ਔਰ ਇਸ ਬੁਕਲੇਟ ਦਾ ਨਾਮ ਹੈਗਾ ਜੀ ਬਿਲਡਿੰਗ ਐਂਡ ਆਤਮ ਨਿਰਭਰ ਭਾਰਤ। ਆਪਸ਼ਨ ਨੰਬਰ ਸੀ ਬਿਲਕੁਲ ਆਪਣਾ ਰਾਈਟ ਆਨਸਰ ਹੈ ਜੀ। ਔਰ ਇਹਦੇ ਵਿੱਚ ਕੀ ਹੈ ਨਾ, ਜਿੰਨੀਆਂ ਵੀ ਮਤਲਬ 2020 ਦੇ ਵਿੱਚ ਇੰਡੀਅਨ ਰੇਲਵੇ ਨੇ ਕੰਮਕਾਰ ਕੀਤੇ ਨੇ ਆਪਣੇ, ਜਿੰਨੀਆਂ ਵੀ ਇਹਨਾਂ ਦੀਆਂ ਪ੍ਰਾਪਤੀਆਂ ਨੇ ਉਹ ਸਾਰੀਆਂ ਕੀ ਇਸ ਬੁਕਲੇਟ ਦੇ ਵਿੱਚ ਇਹਨਾਂ ਨੇ ਸ਼ਾਮਿਲ ਕੀਤੀਆਂ ਨੇਗੀਆਂ। ਸੋ ਇੰਪੋਰਟੈਂਟ ਹੈ, ਧਿਆਨ ਵਿੱਚ ਰੱਖਣਾ, ਬਿਲਡਿੰਗ ਐਂਡ ਆਤਮ ਨਿਰਭਰ ਭਾਰਤ, ਠੀਕ ਹੈ ਨਾ, ਯਾਦ ਰੱਖਣਾ। ਦੇਖੋ ਗੱਲ ਰੇਲਵੇ ਨਾਲ ਆਈ ਹੈ ਤਾਂ ਆਪਣੇ ਰੇਲਵੇ ਮਿਨਿਸਟਰ ਕੌਣ ਨੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਯਾਦ ਰੱਖਣਾ ਪਿਊਸ਼ ਗੋਇਲ ਹੈਗੇ ਨੇਗੇ। ਦੇਖੋ ਕਈ ਵਾਰ ਕੁਐਸਚਨ ਐਂ ਵੀ ਆ ਜਾਂਦਾ ਹੁੰਦਾ ਗਾ ਵੀ ਆਪਣੇ ਸੁਤੰਤਰ ਭਾਰਤ ਦੇ ਪਹਿਲੇ ਰੇਲਵੇ ਮਿਨਿਸਟਰ ਕੌਣ ਸੀ, ਯਾਦ ਰੱਖਣਾ ਜੌਨ ਮਿਥਾਈ ਹੈਗੇ ਸੀ, ਠੀਕ ਹੈ ਨਾ। ਬਾਕੀ ਰੇਲਵੇ ਨਾਲ ਆਪਾਂ ਨੇ ਇੱਕ ਕੁਐਸਚਨ ਪੜ੍ਹਿਆ ਸੀ ਹਾਲ ਹੀ ਦੇ ਵਿੱਚ, ਆਪਣੀ ਭਾਰਤੀ ਰੇਲਵੇ ਦੇ ਜਿਹੜੇ ਚੇਅਰਮੈਨ ਅਤੇ CEO ਬਣੇ ਨੇ ਕੌਣ ਨੇ, ਸੁਨੀਤ ਸ਼ਰਮਾ ਬਣੇ ਸੀਗੇ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਯਾਦ ਰੱਖਣਾ ਜੀ। ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹੁਣ ਆਪਾਂ। ਵਿਚ ਸਟੇਟਸ ਫਾਰਮਰ ਗਵਰਨਰ ਬੂਟਾ ਸਿੰਘ ਹੈਜ਼ ਪਾਸਡ ਅਵੇ। ਦੇਖੋ ਜੀ ਕਹਿੰਦੇ ਕਿਹੜੇ ਰਾਜ ਦੇ ਸਾਬਕਾ ਰਾਜਪਾਲ ਜਿਨ੍ਹਾਂ ਨਾਲ ਸੀ ਬੂਟਾ ਸਿੰਘ ਦਾ ਦੇਹਾਂਤ ਹੋ ਗਿਆ ਗਾ। ਅਤੇ ਕੁਐਸਚਨ ਯਾਦ ਰੱਖਣਾ ਜੀ ਜਿਹੜੇ ਬੂਟਾ ਸਿੰਘ ਸੀਗੇ ਇਹ ਰਾਜਪਾਲ ਰਹੇ ਨੇਗੇ, ਬਿਹਾਰ ਸਟੇਟ ਦੇ ਗਵਰਨਰ ਰਹਿ ਚੁੱਕੇ ਨੇਗੇ। ਬਾਕੀ ਬੂਟਾ ਸਿੰਘ ਦੀ ਗੱਲ ਕਰੀਏ ਤਾਂ ਆਪਣੇ ਭਾਰਤ ਦੇ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਨੇਗੇ ਇਹ। ਸੋ ਇਹ ਬਿਹਾਰ ਦੇ ਕੀ ਨੇ, ਰਾਜਪਾਲ ਹੈਗੇ ਸੀ, ਗਵਰਨਰ ਹੈਗੇ ਸੀਗੇ, ਯਾਦ ਰੱਖਣਾ। ਬਾਕੀ ਅਗਰ ਗੱਲ ਹੁਣ ਬਿਹਾਰ ਦੀ ਆਈ ਆ ਤਾਂ ਬਿਹਾਰ ਬਾਰੇ ਦੇਖੀਏ ਤਾਂ ਬਿਹਾਰ ਦੀ ਕੈਪੀਟਲ ਯਾਦ ਰੱਖਣਾ ਜੀ ਪਟਨਾ, ਇੱਥੋਂ ਦੀ ਕੀ ਆ ਬਿਹਾਰ ਦੀ ਕੈਪੀਟਲ ਹੈਗੀ। ਦੇਖੋ ਬਿਹਾਰ ਦੀ ਜਦ ਵੀ ਗੱਲ ਕਰਦੇ ਹਾਂ ਤਾਂ ਯਾਦ ਰੱਖਣਾ ਸਭ ਤੋਂ ਪਹਿਲਾਂ ਬਿਹਾਰ ਦਿਵਸ ਜਿਹੜਾ 22 ਮਾਰਚ ਨੂੰ ਮਨਾਇਆ ਜਾਂਦਾ ਹਰ ਸਾਲ, 22 ਮਾਰਚ ਨੂੰ ਵਰਲਡ ਵਾਟਰ ਡੇ ਵੀ ਮਨਾਇਆ ਜਾਂਦਾ, ਯਾਦ ਰੱਖਣਾ। ਬਾਕੀ ਬਿਹਾਰ ਦੇ CM ਕੌਣ ਨੇ ਜੀ, ਨਿਤੀਸ਼ ਕੁਮਾਰ ਹੈਗੇ ਨੇ ਐਟ ਪ੍ਰੈਜ਼ੈਂਟ। ਬਾਕੀ ਬਿਹਾਰ ਦੇ ਗਵਰਨਰ ਕੌਣ ਹੈ, ਫੱਗੂ ਚੌਹਾਨ ਹੈਗੇ ਨੇਗੇ। ਅੱਛਾ, ਨਿਤੀਸ਼ ਕੁਮਾਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਯਾਦ ਰੱਖਣਾ ਹੁਣ 7ਵੀਂ ਵਾਰ ਕੀ ਨੇ ਬਿਹਾਰ ਦੇ CM ਬਣੇ ਨੇਗੇ। ਬਾਕੀ ਬਿਹਾਰ ਦੇ 2 ਡਿਪਟੀ CM ਵੀ ਬਣੇ ਸੀਗੇ, ਆਪਾਂ ਨੇ ਕਈ ਵਾਰ ਪੜ੍ਹ ਚੁੱਕੇ ਹੈਗੇ। 2 ਕਿਹੜੇ ਡਿਪਟੀ CM ਯਾਦ ਰੱਖਣਾ, ਪਹਿਲੇ ਤਾਂ ਹੈਗੇ ਤਾਰ ਕਿਸ਼ੋਰ ਪ੍ਰਸਾਦ ਨੇ, ਔਰ ਦੂਜੀ ਹੈਗੀ ਰੇਨੂ ਦੇਵੀ। ਪਹਿਲੀ ਵਾਰ ਕੋਈ ਮਹਿਲਾ ਜਿਹੜੀ ਡਿਪਟੀ CM ਬਣੀ ਹੈ ਬਿਹਾਰ ਦੀ, ਰੇਨੂ ਦੇਵੀ, ਠੀਕ ਹੈ ਨਾ, ਤਾਂ ਕਰਕੇ ਇਹਨਾਂ ਦਾ ਨਾਮ ਵੀ ਇੰਪੋਰਟੈਂਟ ਹੈ। ਬਾਕੀ ਅਗਰ ਆਪਾਂ ਗੱਲ ਕਰੀਏ ਬਿਹਾਰ ਬਾਰੇ ਤਾਂ ਬਿਹਾਰ ਬਾਰੇ ਸਭ ਤੋਂ ਪਹਿਲਾਂ ਇੱਕ ਲੇਟੈਸਟ ਦੀ ਨਿਊਜ਼ ਆਈ ਸੀਗੀ ਆਪਣੀ, ਜਿਹੜਾ ਬਿਹਾਰ ਦਾ ਮੌਸਮ ਵਿਗਿਆਨ ਕੇਂਦਰ ਹੈਗਾ
ਹੁਣ ਉਸ ਨੂੰ ਆਪਣੇ ਦੇਸ਼ ਦਾ ਸ਼ਤਾਬਦੀ ਮੌਸਮ ਵੇਧਸ਼ਾਲਾ ਦਾ ਦਰਜਾ ਦੇ ਦਿੱਤਾ ਗਿਆ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਬਿਹਾਰ ਦੇ ਵਿੱਚ ਹੀ ਅਗਰ ਆਪਾਂ ਗੱਲ ਕਰੀਏ ਆਪਣੇ ਭਾਰਤ ਦਾ, ਅਗਰ ਨਾਰਥ ਈਸਟ ਦਾ ਜਿਹੜਾ ਪਹਿਲਾ ਗਲਾਸ ਬ੍ਰਿਜ ਬਣਾਇਆ ਗਿਆ, ਕਿੱਥੇ ਬਣਾਇਆ ਗਿਆ? ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਇੱਕ ਸ਼ਹਿਰ ਆ ਰਾਜਗੀਰ, ਠੀਕ ਹੈ ਨਾ, ਉੱਥੇ ਬਣਾਇਆ ਗਿਆ ਗਾ। ਔਰ ਬਿਹਾਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਜਿਹੜਾ ਇੱਕ ਕੋਸੀ ਮੈਗਾ ਪੁਲ ਦਾ ਵੀ ਉਦਘਾਟਨ ਕੀਤਾ ਗਿਆ ਸੀ, ਰੇਲ ਪੁਲ ਹੈਗਾ ਇਹ, ਠੀਕ ਹੈ ਨਾ, ਔਰ ਕੋਸੀ ਰਿਵਰ 'ਤੇ ਬਣਾਇਆ ਗਿਆ ਇਹ। ਕੋਸੀ ਨੂੰ ਹੀ ਬਿਹਾਰ ਦਾ ਅਸ਼ੋਕ ਵੀ ਕਿਹਾ ਜਾਂਦਾ, ਠੀਕ ਹੈ ਨਾ। ਔਰ ਇਸ ਪੁਲ ਦੀ ਅਗਰ ਆਪਾਂ ਗੱਲ ਕਰੀਏ ਕੋਸੀ ਮੈਗਾ ਰੇਲ ਪੁਲ ਦੀ, ਤਾਂ ਇਹਦੀ ਲੈਂਥ ਹੈਗੀ ਹੈ 1.9 ਕਿਲੋਮੀਟਰ, ਠੀਕ ਹੈ ਨਾ। ਔਰ ਇਹਦਾ ਉਦਘਾਟਨ ਕੀਤਾ ਸੀ ਨਰਿੰਦਰ ਮੋਦੀ ਨੇ, ਸੋ ਇੰਪੋਰਟੈਂਟ ਹੈਗਾ ਗਾ। ਬਾਕੀ ਅਗਰ ਆਪਾਂ ਗੱਲ ਕਰੀਏ ਆਪਣੇ ਭਾਰਤ ਦੀ ਇੱਕੋ ਇੱਕ ਜਿਹੜੀ ਡੋਲਫਿਨ ਵਾਈਲਡ ਲਾਈਫ ਸੈਂਚੁਰੀ ਉਹ ਕਿੱਥੇ ਹੈ? ਉਹ ਬਿਹਾਰ ਦੇ ਵਿੱਚ ਹੀ ਹੈਗੀ ਆ। ਔਰ ਇਸ ਵਾਈਲਡ ਲਾਈਫ ਸੈਂਚੁਰੀ ਦਾ ਨਾਮ ਹੈਗਾ ਬਿਕਰਮਸ਼ਿਲਾ ਗੰਗਟੇਕ ਵਾਈਲਡ ਲਾਈਫ ਸੈਂਚੁਰੀ, ਠੀਕ ਹੈ, ਸੁਣੇ ਯਾਦ ਰੱਖਣਾ। ਔਰ ਕਈ ਵਾਰ ਕੁਐਸਚਨ ਆਉਂਦਾ ਮਧੂਬਨੀ ਪੇਂਟਿੰਗ ਕਿੱਥੋਂ ਦੀਆਂ ਨੇਗੀਆਂ? ਮਧੂਬਨੀ ਪੇਂਟਿੰਗ ਵੀ ਬਿਹਾਰ ਦੀਆਂ ਹੈਗੀਆਂ ਨੇ, ਠੀਕ ਹੈ ਨਾ। ਸੋ ਤੁਹਾਨੂੰ ਯਾਦ ਰੱਖਣੇ ਸਾਰੇ ਫੈਕਟ ਬਿਹਾਰ ਨਾਲ ਰਿਲੇਟਡ ਯਾਦ ਰੱਖਣੇ, ਠੀਕ ਹੈ ਜੀ। ਸੋ ਗੱਲ ਕਰਦੇ ਅਗਲੇ ਕੁਐਸਚਨ ਬਾਰੇ ਹੁਣ ਆਪਾਂ। ਹੂ ਹੈਜ਼ ਅਪੋਇੰਟਡ ਐਜ਼ ਦੀ ਨਿਊ ਚੀਫ ਸੈਕਟਰੀ ਆਫ ਉੜੀਸਾ? ਕਹਿੰਦੇ ਜੀ ਉੜੀਸਾ ਦੇ ਨਵੇਂ ਮੁੱਖ ਸਕੱਤਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਗਾ? ਤਾਂ ਇਹਨਾਂ ਨਾਮ ਪੋਟਿਆ ਰਹੇਗਾ ਔਰ ਇਹਨਾਂ ਨਾਂ ਜੀ ਸੁਰੇਸ਼ ਚੰਦਰ ਮਹਾਪਾਤਰਾ। ਆਪਸ਼ਨ ਨੰਬਰ ਸੀ ਰਾਈਟ ਆਨਸਰ ਹੈ। ਸੁਰੇਸ਼ ਚੰਦਰ ਮਹਾਪਾਤਰਾ ਨੂੰ ਹੁਣ ਉੜੀਸਾ ਸਟੇਟ ਦੇ ਨਵਾਂ ਚੀਫ ਸੈਕਟਰੀ ਜਿਹੜਾ ਉਹ ਚੁਣਿਆ ਗਿਆ, ਠੀਕ ਹੈ, ਯਾਦ ਰੱਖਣਾ। ਬਾਕੀ ਇਸੇ ਤਰੀਕੇ ਨਾਲ ਆਪਸ਼ਨ ਨੰਬਰ ਏ ਵਾਲਾ ਨਾਮ ਹੈ ਜਿਹੜਾ ਅਦਿੱਤਿਆਨਾਥ ਦਾਸ, ਤਾਂ ਇਹਨਾਂ ਨੂੰ ਵੀ ਹਾਲ ਹੀ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਜਿਹੜੇ ਨਵੇਂ ਚੀਫ ਸੈਕਟਰੀ ਚੁਣਿਆ ਗਿਆ ਸੀ, ਠੀਕ ਹੈ, ਸੋ ਇਹਨਾਂ ਬਾਰੇ ਵੀ ਯਾਦ ਰੱਖਣਾ। ਬਾਕੀ ਸੁਨੀਤ ਸ਼ਰਮਾ ਆਪਾਂ ਨੇ ਹੁਣੀ ਪੜ੍ਹਿਆ ਜੀ, ਆਪਣੇ ਇੰਡੀਅਨ ਰੇਲਵੇ ਦੇ ਰੇਲਵੇ ਬੋਰਡ ਦੇ ਚੇਅਰਮੈਨ ਅਤੇ CEO ਬਣੇ ਨੇਗੇ, ਠੀਕ ਹੈ ਨਾ। ਬਾਕੀ ਸੁਮੋਦ ਕੁਮਾਰ ਜੈਸਵਾਲ ਕੌਣ ਨੇ? CISF ਦੇ ਨਵੇਂ ਡਾਇਰੈਕਟਰ ਜਨਰਲ ਬਣੇ ਨੇਗੇ, ਠੀਕ ਹੈ ਜੀ, ਇਹਨਾਂ ਬਾਰੇ ਵੀ ਯਾਦ ਰੱਖਣਾ। ਗੱਲ ਕਰਦੇ ਅਗਲੇ ਕੁਐਸਚਨ ਬਾਰੇ। ਹੂ ਹੈਜ਼ ਇੰਟਰੋਡਿਊਸਡ ਮਿਸਡ ਕਾਲ ਫੈਸਿਲਿਟੀ? ਕਿਸ ਨੇ ਕਹਿੰਦੇ ਮਿਸਡ ਕਾਲ ਸੁਵਿਧਾ ਨੂੰ ਹੁਣ ਪੇਸ਼ ਕੀਤਾ ਗਾ? ਤੇ ਜਿਹੜੀ ਇਹ ਮਿਸਡ ਕਾਲ ਸੁਵਿਧਾ ਗੀ ਇਹ ਹੁਣ ਪੇਸ਼ ਕੀਤੀ ਹੈ ਜੀ ਧਰਮਿੰਦਰ ਪ੍ਰਧਾਨ ਦੇ ਦੁਆਰਾ। ਧਰਮਿੰਦਰ ਪ੍ਰਧਾਨ ਦੀ ਗੱਲ ਕਰੀਏ ਤਾਂ ਆਪਣੇ ਪੈਟਰੋਲੀਅਮ, ਨੈਚੁਰਲ ਗੈਸ ਅਤੇ ਸਟੀਲ ਮਿਨਿਸਟਰੀ ਇਹਨਾਂ ਕੋਲ ਹੈਗੀ। ਸੋ ਇਹਨਾਂ ਨੇ ਅਗਰ ਆਪਾਂ ਗੱਲ ਕਰੀਏ ਤਾਂ ਧਰਮਿੰਦਰ ਪ੍ਰਧਾਨ ਨੇ ਭੁਵਨੇਸ਼ਵਰ ਸ਼ਹਿਰ ਦੇ ਵਿੱਚ, ਭੁਵਨੇਸ਼ਵਰ ਯਾਨੀ ਕਿ ਉੜੀਸਾ ਸਟੇਟ ਦੀ ਕੈਪੀਟਲ ਹੈ ਭੁਵਨੇਸ਼ਵਰ, ਇੱਥੇ ਜਿਹੜੇ ਵੀ ਹੁਣ LPG ਕੰਜ਼ਿਊਮਰ ਹੈਗੇ ਨੇਗੇ ਤਾਂ ਉਹਨਾਂ ਵਾਸਤੇ ਕੀ ਹੈਗਾ ਇਹ ਸੁਵਿਧਾ ਨੂੰ ਲਾਂਚ ਕੀਤਾ ਗਾ। ਬੇਸਿਕਲੀ ਅਗਰ ਮੈਂ ਸਿੰਧੀ ਭਾਸ਼ਾ ਨੂੰ ਦੱਸਾਂ ਤਾਂ ਜਿਹੜੀ ਆਪਣੀ ਇੰਡੀਅਨ ਆਇਲ ਕੰਪਨੀ ਹੈ, ਠੀਕ ਹੈ ਨਾ, ਤਾਂ ਉਹਦੇ ਜਿੰਨੇ ਵੀ LPG ਦੇ ਕਸਟਮਰ ਹੈਗੇ ਨੇ ਜਾਣੀ ਕਿ ਗੈਸ ਸਿਲੰਡਰ ਦੇ ਕਸਟਮਰ ਨੇ, ਤਾਂ ਉਹਨਾਂ ਨੂੰ ਇੱਕ ਨੰਬਰ ਦਿੱਤਾ ਜਾਵੇਗਾ ਜਿਹਦੇ ਅਗਲਾ ਸਿੱਧਾ ਮਿਸ ਕਾਲ ਮਾਰ ਕੇ ਆਪਣਾ ਕੀ ਗੈਸ ਸਿਲੰਡਰ ਜਿਹੜਾ ਬੁੱਕ ਕਰ ਸਕਦਾ, ਸਿੱਧੀ ਭਾਸ਼ਾ ਦੱਸਾਂ, ਠੀਕ ਹੈ ਨਾ। ਤਾਂ ਇਹ ਸੁਵਿਧਾ ਨੂੰ ਜਿਹੜੀ ਹੁਣ ਲਾਂਚ ਕੀਤੀ ਇਹਦਾ ਨਾਮ ਹੈਗਾ ਮਿਸਡ ਕਾਲ ਫੈਸਿਲਿਟੀ, ਔਰ ਇਹ ਲਾਂਚ ਕੀਤੀ ਉਹਨੇ ਧਰਮਿੰਦਰ ਪ੍ਰਧਾਨ ਨੇ। ਕਿੱਥੇ ਲਾਂਚ ਕੀਤੀ ਹੈ? ਉੜੀਸਾ ਦੇ ਭੁਵਨੇਸ਼ਵਰ ਦੇ ਵਿੱਚ। ਤਾਂ ਸਿੱਧੇ ਤੁਹਾਨੂੰ ਇਹ ਫੈਕਟ ਯਾਦ ਰੱਖਣੇ, ਠੀਕ ਹੈ ਨਾ। ਗੱਲ ਕਰਦੇ ਅਗਲੇ ਕੁਐਸਚਨ ਬਾਰੇ ਹੁਣ ਆਪਾਂ। ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਦੀ ਡੀਜੀ ਨੈਸਟ ਮੋਬਾਈਲ ਐਪ? ਕਿਹੜੇ ਰਾਜ ਸਰਕਾਰ ਨੇ ਕਹਿੰਦੇ ਡੀਜੀ ਨੈਸਟ ਮੋਬਾਈਲ ਐਪਲੀਕੇਸ਼ਨ ਨੂੰ ਲਾਂਚ ਕੀਤਾ ਹੈ? ਅਤੇ ਇਸ ਐਪਲੀਕੇਸ਼ਨ ਨੂੰ ਲਾਂਚ ਕੀਤਾ ਜੀ ਆਪਣੇ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਦੇ ਦੁਆਰਾ। ਦੇਖੋ ਜੀ ਅਮਰਿੰਦਰ ਸਿੰਘ ਦੇ ਦੁਆਰਾ ਕਿਹਾ ਗਿਆ ਵੀ ਹੁਣ ਜਿਹੜੀ ਇਹ ਐਪਲੀਕੇਸ਼ਨ ਹੈ ਡੀਜੀ ਨੈਸਟ ਆਪਣੇ ਪੰਜਾਬ ਦੇ ਲੋਕ ਨੇ ਜਿਹੜੇ ਉਹਨਾਂ ਦਾ ਇਹ ਨਾਲ ਕਿ ਡਿਜੀਟਲਕਰਨ ਹੋਏਗਾ, ਵੀ ਵੱਧ ਤੋਂ ਵੱਧ ਆਪਾਂ ਕੀ ਡਿਜੀਟਲ ਤਰੀਕੇ ਨਾਲ ਸਾਰਾ ਆਪਣਾ ਕੰਮਕਾਜ ਕਰੀਏ, ਤਾਂ ਕਰਕੇ ਜਿਹੜਾ ਮੋਬਾਈਲ ਐਪਲੀਕੇਸ਼ਨ ਲਾਂਚ ਕੀਤਾ ਹੈ ਪੰਜਾਬ ਸਰਕਾਰ ਦੇ ਵੱਲੋਂ। ਦੇਖੋ ਗੱਲ ਪੰਜਾਬ ਦੀ ਆ ਗਈ ਤਾਂ ਆਪਣੇ ਲਈ ਪੰਜਾਬ ਦੀਆਂ ਜਿਹੜੀਆਂ ਕਰੰਟ ਅਫੇਅਰ ਨੇ ਉਹ ਮੋਸਟ ਇੰਪੋਰਟੈਂਟ ਰਹਿਣ ਵਾਲੀਆਂ ਨੇਗੀਆਂ। ਪੰਜਾਬ ਦੀ ਪਹਿਲੀ ਗੱਲ ਕੈਪੀਟਲ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਆ, ਸਭ ਨੂੰ ਹੀ ਪਤਾ ਆਪਾਂ ਨੂੰ, ਹਰਿਆਣੇ ਦੀ ਵੀ ਇਹੀ ਆ। CM ਨੇ ਕੈਪਟਨ ਅਮਰਿੰਦਰ ਸਿੰਘ, ਔਰ ਗਵਰਨਰ ਹੈਗੇ ਨੇ BP ਸਿੰਘ ਬਦਨੌਰ। ਔਰ ਪੰਜਾਬ ਦੀ ਪਹਿਲੀ ਮਹਿਲਾ ਸੈਕਟਰੀ ਬਣੀ ਸੀ ਬਿੰਨੀ ਮਹਾਜਨ, ਠੀਕ ਹੈ, ਯਾਦ ਰੱਖਣਾ। ਦੇਖੋ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਨੇ ਹਾਲ ਹੀ ਦੇ ਵਿੱਚ ਇੱਕ ਐਪਲੀਕੇਸ਼ਨ ਹੋਰ ਲਾਂਚ ਕੀਤਾ ਸੀ, ਆਪਣੇ ਪੜ੍ਹਿਆ ਹੀ ਥੋੜ੍ਹੇ ਦਿਨ ਪਹਿਲਾਂ, ਜਿਹਦਾ ਨਾਂ ਸੀ PR ਇਨਸਾਈਟ ਨਾਂ ਦਾ ਐਪਲੀਕੇਸ਼ਨ ਲਾਂਚ ਕੀਤਾ ਸੀ। ਔਰ ਇਹ ਵੈੱਬ ਪੋਰਟਲ ਵੀ ਹੈਗਾ ਇੱਕ, ਠੀਕ ਹੈ ਨਾ, ਯਾਦ ਰੱਖਣਾ। ਔਰ ਪੰਜਾਬ ਸਰਕਾਰ ਨੇ ਇੱਕ ਹਾਲ ਹੀ ਦੇ ਵਿੱਚ ਯੋਜਨਾ ਨੂੰ ਲਾਂਚ ਕੀਤਾ ਸੀ ਜਿਹਦਾ ਨਾਂ ਸੀ ਦਿਵਿਆਂਗ ਸਸ਼ਕਤੀਕਰਨ ਯੋਜਨਾ। ਪੰਜਾਬ ਸਰਕਾਰ ਦੀ ਇਹ ਯੋਜਨਾ ਹੈਗੀ, ਠੀਕ ਹੈ ਨਾ। ਘਰ ਰੁਜ਼ਗਾਰ ਨਾਂ ਦੀ ਇੱਕ ਯੋਜਨਾ ਪੰਜਾਬ ਦੀ ਹੈਗੀ ਆ। ਔਰ ਪੰਜਾਬ ਸਰਕਾਰ ਦੇ ਵੱਲੋਂ ਹੀ ਇੱਕ ਸਮਾਰਟ ਰਾਸ਼ਨ ਕਾਰਡ ਯੋਜਨਾ ਨੂੰ ਵੀ ਹੁਣ ਸ਼ੁਰੂ ਕੀਤਾ ਹਾਲ ਹੀ ਦੇ ਵਿੱਚ, ਠੀਕ ਹੈ ਨਾ। ਔਰ ਇੱਕ ਐਪਲੀਕੇਸ਼ਨ ਨੂੰ ਹੋਰ ਦੱਸ ਦਾਂਗਾ, ਆਈ ਰਖਵਾਲੀ ਨਾਂ ਦਾ ਐਪਲੀਕੇਸ਼ਨ ਹੈਗਾ, ਪੰਜਾਬ ਦੇ ਵਿੱਚ ਹਰਿਆਲੀ ਵਧਾਉਣ ਵਾਸਤੇ ਹੈ। ਇਹ ਵੀ ਪੰਜਾਬ ਸਰਕਾਰ ਦੇ ਦੁਆਰਾ ਹੀ ਲਾਂਚ ਕੀਤਾ ਗਿਆ ਸੀ ਇਸ ਐਪਲੀਕੇਸ਼ਨ ਨੂੰ, ਠੀਕ ਹੈ ਨਾ। ਸੋ ਇਹ ਤੁਹਾਨੂੰ ਯਾਦ ਰੱਖਣਾ। ਦੇਖੋ ਹੁਣ ਸਾਲ 2021 ਹੈਗਾ, ਠੀਕ ਹੈ ਨਾ। ਸਾਲ 2021 ਵਿੱਚ ਪੰਜਾਬ ਦੀਆਂ ਕੁਝ ਇੰਪੋਰਟੈਂਟ ਯੋਜਨਾਵਾਂ ਰਹਿਣ ਵਾਲੀਆਂ ਨੇ। ਕੁਝ ਯੋਜਨਾਵਾਂ ਇਹਨਾਂ ਨੇ ਲਾਗੂ ਕਰਤੀਆਂ, ਕੁਝ ਕਰਨਗੇ ਹੁਣ। ਤਾਂ ਇੱਕ ਵਾਰ ਤੁਹਾਨੂੰ ਮੈਂ ਦੱਸ ਦਿੰਦਾ ਗਾ। ਸਭ ਤੋਂ ਪਹਿਲਾਂ ਯਾਦ ਰੱਖਣਾ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਪੰਜਾਬ ਸਰਕਾਰ ਦੀ ਯੋਜਨਾ ਹੈਗੀ ਇਹ, ਠੀਕ ਹੈ ਨਾ। ਔਰ ਇਸੇ ਤਰੀਕੇ ਨਾਲ ਇੱਕ ਯੋਜਨਾ ਹੈਗੀ ਪੰਜਾਬ ਆਸ਼ੀਰਵਾਦ ਸਕੀਮ, ਠੀਕ ਹੈ ਨਾ, ਇਹ ਪੰਜਾਬ ਦੀ ਹੈ। ਔਰ ਇੱਕ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਦੀ ਹੈ, ਠੀਕ ਹੈ ਨਾ। ਔਰ ਇਸ ਤੋਂ ਇਲਾਵਾ ਪੰਜਾਬ 100% ਸਕੀਮ, ਠੀਕ ਹੈ ਨਾ, ਪੰਜਾਬ 100% ਸਕੀਮ, ਇਹ ਵੀ ਪੰਜਾਬ ਸਰਕਾਰ ਦੀ ਯੋਜਨਾ। ਇਹ ਲੇਟੈਸਟ 2021 ਦੇ ਵਿੱਚ ਕੁਝ ਤਾਂ ਯੋਜਨਾਵਾਂ ਲਾਗੂ ਹੋ ਗਈਆਂ, ਕੁਝ ਹੋਣਗੀਆਂ। ਇਹ ਸਾਰੀਆਂ ਇੰਪੋਰਟੈਂਟ ਨੇ ਆਪਣੇ ਲਈ, ਤਾਂ ਤੁਹਾਨੂੰ ਯਾਦ ਰੱਖਣਾ।
और एक इंपोर्टेंट फैक्ट पंजाब का होर याद रखना, पंजाब के वलों ही अपना हुण जिहड़ा स्टेट का अगर राज का गल करिए तो जल जीव चुनिया गया गा। किहनूं चुनिया गया गा? तो सिंधु डॉल्फिन की अगर आप गल करिए तो ब्यास नदी विच पाई जाती है। अपने पंजाब की हुण क्या राज जल जीव ये जिहड़ा बन चुकिया गा। ठीक है, याद रखना, ये भी इंपोर्टेंट अपने लिए। सारे फैक्ट जी पंजाब नाल रिलेटेड याद रखने, सो मोस्ट इंपोर्टेंट अपने लिए रहने वाले। नैक्सट क्वेश्चन बारे हुण गल करते हैं जी आपां। विच स्टेट गवर्नमेंट हैज़ लॉन्चड किसान क्रॉप रिलीफ स्कीम? कहते जी किहड़े राज सरकार ने हुण किसान फसल राहत स्कीम नूं शुरू कीता गा। देखो जी क्वेश्चन इंपोर्टेंट रहने वाला। और इस स्कीम नूं हुण शुरू कीता जी झारखंड के द्वारा। झारखंड की सरकार के वलों कहा गया गा जिन्हें भी मतलब हुण कुदरती आफतां ने जिवें कि हड़੍ਹ सोका जानी कि कुछ भी ਜਦੋਂ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਅਕਸਰ ਜਿਹੜਾ ਕਿਸਾਨ ਉਹਦੀ ਫਸਲ ਬਰਬਾਦ ਹੋ ਜਾਂਦੀ ਹੈਗੀ। ਸੋ ਕਿਸਾਨ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਗਾ। ਤਾਂ ਹੁਣ ਜਦ ਵੀ ਕੋਈ ਕੁਦਰਤੀ ਆਫਤਾਂ ਨਾਲ ਕਿਸਾਨ ਦੀ ਜਿਹੜੀ ਫਸਲ ਦਾ ਨੁਕਸਾਨ ਹੋਏਗਾ ਨਾ ਤਾਂ ਉਹਦੇ ਬਦਲੇ ਕੀ ਹੋਣਾ, ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਏਗਾ ਇਸ ਯੋਜਨਾ ਦੇ ਤਹਿਤ, ਕਿਸਾਨ ਫਸਲ ਰਾਹਤ ਸਕੀਮ ਦੇ ਤਹਿਤ। ਔਰ ਇਹ ਝਾਰਖੰਡ ਦੀ ਯੋਜਨਾ ਹੈਗੀ ਆ। ਬੇਸਿਕਲੀ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਸੈਂਟਰ ਦੀ ਯੋਜਨਾ ਸੀਗੀ ਜਿਹਨਾਂ ਸੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ। ਉਹਦੀ ਤਰਜ਼ ਤੇ ਹੀ ਇਹ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਗਾ ਝਾਰਖੰਡ ਦੇ ਵੱਲੋਂ। ਠੀਕ ਹੈ ਨਾ। ਸੋ ਕੁਐਸਚਨ ਇੰਪੋਰਟੈਂਟ ਹੈ। ਵੈਸੇ ਵੀ ਜਿੰਨੀਆਂ ਵੀ ਮਤਲਬ ਕਿਸਾਨਾਂ ਨਾਲ ਇੰਪੋਰਟੈਂਟ ਰਿਲੇਟਡ ਕੁਐਸਚਨ ਆ ਰਹੇ ਨੇ ਸਾਰੇ ਹੀ ਇੰਪੋਰਟੈਂਟ ਬਣ ਗਏ ਹੁਣ ਆਪਣੇ ਲਈ। ਬਾਕੀ ਝਾਰਖੰਡ ਦੀ ਗੱਲ ਕਰ ਲੈਂਦੇ ਹਾਂ। ਕੈਪੀਟਲ ਹੈਗੀ ਹੈ ਜੀ ਇੱਥੋਂ ਦੀ ਰਾਂਚੀ। ਠੀਕ ਹੈ ਨਾ, ਝਾਰਖੰਡ ਦੀ ਕੈਪੀਟਲ ਹੈਗੀ ਰਾਂਚੀ। ਔਰ ਰਾਂਚੀ ਦੇ ਵਿੱਚ ਯਾਦ ਰੱਖਣਾ ਆਪਣੇ ਭਾਰਤ ਦੇ ਸੈਂਟਰਲ ਕੋਲ ਫੀਲਡ ਦਾ ਕੀ ਹੈ ਹੈੱਡਕੁਆਟਰ ਵੀ ਹੈਗਾ ਗਾ। ਔਰ ਰਾਂਚੀ ਦੇ ਇੱਕ ਸ਼ਹਿਰ ਝਾਰਖੰਡ ਦਾ ਇੱਕ ਸ਼ਹਿਰ ਹੈਗਾ ਧਨਬਾਦ। ਠੀਕ ਹੈ ਨਾ, ਧਨਬਾਦ ਨੂੰ ਹੀ ਆਪਣਾ ਕੋਲ ਕੈਪੀਟਲ ਆਫ ਇੰਡੀਆ ਵੀ ਕਿਹਾ ਜਾਂਦਾ ਗਾ। ਠੀਕ ਹੈ ਨਾ। ਬਾਕੀ ਝਾਰਖੰਡ ਦੇ ਸੀਐਮ ਕੌਣ ਨੇ? ਹੇਮੰਤ ਸੋਰੇਨ ਹੈਗੇ ਨੇ। ਗਵਰਨਰ ਦੀ ਮੈਂ ਗੱਲ ਕਰਾਂ ਤਾਂ ਦ੍ਰੌਪਦੀ ਮੁਰਮੂ ਹੈਗੀ। ਠੀਕ ਹੈ ਨਾ, ਯਾਦ ਰੱਖਣਾ। ਦੇਖੋ ਕਿਸਾਨਾਂ ਲਈ ਜਿਹੜੀ ਸਕੀਮ ਆ ਨਾ ਕਿਸਾਨ ਫਸਲ ਰਾਹਤ ਸਕੀਮ, ਇਹ ਤੋਂ ਇੱਕ ਯੋਜਨਾ ਯਾਦ ਰੱਖਣੀ ਝਾਰਖੰਡ ਦੀ ਹਾਲ ਹੀ ਦੇ ਵਿੱਚ ਲਾਂਚ ਹੋਈ ਸੀਗੀ। ਔਰ ਜਿਹਦਾ ਨਾਂ ਸੀ ਕ੍ਰਿਸ਼ੀ ਰਿਣ ਮਾਫੀ ਯੋਜਨਾ। ਝਾਰਖੰਡ ਦੀ ਹੀ ਇਹ ਯੋਜਨਾ ਹੈਗੀ ਸੀਗੀ। ਔਰ ਝਾਰਖੰਡ ਸਰਕਾਰ ਨੇ ਆਪਣਾ ਇੱਕ ਨਿਊ ਲੋਗੋ ਵੀ ਲਾਂਚ ਕੀਤਾ ਜਿਹਦੇ ਵਿੱਚ ਕਿ ਆਪਣੇ ਇਹਨਾਂ ਨੇ ਸਟੇਟ ਜਿਹੜਾ ਐਨੀਮਲ ਹੈ ਜਾਣੀ ਕਿ ਹਾਥੀ ਉਹ ਇਹਨਾਂ ਨੇ ਕੀ ਹੈ ਸ਼ਾਮਿਲ ਕੀਤਾ ਗਾ। ਯਾਦ ਰੱਖਣਾ। ਸੋ ਗੱਲ ਕਰਦੇ ਅਗਲੇ ਕੁਐਸਚਨ ਬਾਰੇ। ਵਿੱਚ ਸਟੇਟ ਗਵਰਨਮੈਂਟ ਹੈਜ਼ ਲੌਂਚ ਚੀਫ ਮਿਨਿਸਟਰ ਮਾਟੀ ਕਲਾ ਰੁਜ਼ਗਾਰ ਯੋਜਨਾ। ਦੇਖੋ ਜੀ ਕਹਿੰਦੇ ਕਿਹੜੇ ਰਾਜ ਸਰਕਾਰ ਨੇ ਹੁਣ ਮੁੱਖ ਮੰਤਰੀ ਮਾਟੀ ਕਲਾ ਲੈਣਾ। ਠੀਕ ਹੈ, ਮਾਟੀ ਕਲਾ ਰੁਜ਼ਗਾਰ ਯੋਜਨਾ ਨੂੰ ਸ਼ੁਰੂ ਕੀਤਾ ਗਾ। ਤਾਂ ਇਸ ਯੋਜਨਾ ਨੂੰ ਸ਼ੁਰੂ ਕੀਤਾ ਜੀ ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ। ਦੇਖੋ ਜੀ ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਹੈਗਾ ਹੁਣ ਸਟੇਟ ਵਿੱਚ ਜਿੰਨੀਆਂ ਵੀ ਮਤਲਬ ਪਲਾਸਟਿਕ ਦਾ ਸਮਾਨ ਆ ਉਸ ਦੇ ਉੱਤੇ ਰੋਕ ਲਗਾਈ ਜਾਏਗੀ। ਔਰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਜਿਹੜਾ ਮਿੱਟੀ ਦਾ ਸਮਾਨ ਹੈ ਠੀਕ ਹੈ ਨਾ ਉਹਨੂੰ ਵਰਤਣ 'ਤੇ ਕੀ ਜ਼ੋਰ ਦਿੱਤਾ ਜਾਏਗਾ ਇਸ ਯੋਜਨਾ ਦੇ ਤਹਿਤ। ਔਰ ਇਸ ਯੋਜਨਾ ਤਹਿਤ ਜਿਹੜੇ ਕੁਮਾਰ ਜਾਤੀ ਦੇ ਲੋਕ ਨੇ ਨਾ ਤਾਂ ਉਹਨਾਂ ਨੂੰ 10-10 ਲੱਖ ਰੁਪਏ ਦਾ ਲੋਨ ਵੀ ਪ੍ਰੋਵਾਈਡ ਕਰਾਇਆ ਜਾਏਗਾ ਬਿਨਾਂ ਕਿਸੇ ਵਿਆਜ ਤੋਂ ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ, ਤਾਂ ਕਿ ਵੱਧ ਤੋਂ ਵੱਧ ਜਿਹੜਾ ਮਿੱਟੀ ਦਾ ਜਿਹੜਾ ਬਣਿਆ ਸਮਾਨ ਹੁੰਦਾ ਜਿਹੜੀ ਕਿ ਮਿੱਟੀ ਕਲਾ ਗੀ ਉਹਨੂੰ ਬਣਾਉਣ ਵਾਸਤੇ ਕੀ ਇਹ ਯੋਜਨਾ ਨੂੰ ਬੇਸਿਕਲੀ ਸ਼ੁਰੂ ਕੀਤਾ ਗਿਆ ਗਾ। ਦੇਖੋ ਉੱਤਰ ਪ੍ਰਦੇਸ਼ ਬਾਰੇ ਆਪਣੇ ਅੱਜ ਦੀ ਕਲਾਸ ਦੇ ਵਿੱਚ ਬਹੁਤ ਜਿਹੜੇ ਫੈਕਟ ਨੇ ਡਿਸਕਸ਼ਨ ਕੀਤੇ ਨੇਗੇ। ਔਰ ਉੱਤਰ ਪ੍ਰਦੇਸ਼ ਬਾਰੇ ਆਪਾਂ ਨੇ ਗੱਲਬਾਤ ਕੀਤੀ ਸੀਗੀ ਆਪਣੇ ਪਹਿਲਾਂ ਵਾਲੇ ਕੁਐਸਚਨ ਵਿੱਚ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸੀ ਜਿਹੜੀ ਅਰਬਨ ਦੀ ਤਾਂ ਉਹਦੇ ਵਿੱਚੋਂ ਟੌਪ 'ਤੇ ਰਿਹਾ ਸੀ ਆਪਣੇ ਭਾਰਤ ਵਿੱਚੋਂ। ਬਾਕੀ ਵਿਸ਼ਵਕਰਮਾ ਸ਼ਰਮ ਸਨਮਾਨ ਯੋਜਨਾ ਨੂੰ ਸ਼ੁਰੂ ਵੀ ਕੀਤਾ ਗਾ ਉੱਤਰ ਪ੍ਰਦੇਸ਼ ਸਰਕਾਰ ਨੇ। ਸੋ ਜਾਣੀ ਕਿ ਉੱਤਰ ਪ੍ਰਦੇਸ਼ ਬਾਰੇ ਆਪਾਂ ਨੇ ਬਹੁਤ ਸਾਰੀ ਗੱਲਬਾਤ ਕਰ ਲਈ ਅੱਜ ਦੀ ਕਲਾਸ ਵਿੱਚ ਹੀ। ਗੱਲ ਕਰਦੇ ਹਾਂ ਅੱਜ ਦੇ ਅਗਲੇ ਕੁਐਸਚਨ ਬਾਰੇ। ਹੂ ਹੈਜ਼ ਬੀਨ ਅਪਾਇੰਟਡ ਐਜ਼ ਦੀ ਨਿਊ ਚੀਫ ਜਸਟਿਸ ਆਫ ਤਮਿਲਨਾਡੂ ਹਾਈ ਕੋਰਟ। ਕਹਿੰਦੇ ਜੀ ਕਿਸ ਨੂੰ ਤਮਿਲਨਾਡੂ ਹਾਈ ਕੋਰਟ ਦਾ ਨਵਾਂ ਚੀਫ ਜਸਟਿਸ ਜਿਹੜਾ ਉਹ ਨਿਯੁਕਤ ਕੀਤਾ ਗਿਆ ਗਾ। ਮੋਸਟ ਇੰਪੋਰਟੈਂਟ ਕੁਐਸਚਨ ਰਹਿਣ ਵਾਲੇ ਨੇ ਜੀ ਚੀਫ ਜਸਟਿਸ ਵਾਲੇ ਜਿੰਨੇ ਵੀ ਅਪਾਇੰਟ ਹੋਏ ਨੇ ਹੁਣ ਲੇਟੈਸਟ ਵਿੱਚ। ਵੈਸੇ ਤਾਂ ਆਪਾਂ ਹਰ ਇੱਕ ਵਾਰੀ ਗੱਲਬਾਤ ਕਰਦੇ ਹਾਂ ਸੋ ਇੱਕ ਵਾਰੀ ਅੱਜ ਵੀ ਆਪਾਂ ਰਿਵਾਈਜ਼ ਕਰਾਂਗੇ। ਔਰ ਇਹ ਆਪਣੀ ਕਲਾਸ ਦਾ ਬਿਲਕੁਲ ਲਾਸਟ ਕੁਐਸਚਨ ਹੈ ਜੀ। ਔਰ ਕਲਾਸ ਅਗਰ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਔਰ ਲਾਈਕ ਵੀ ਜ਼ਰੂਰ ਕਰ ਦਿਓ ਹੁਣ ਤੱਕ ਜਿਸ ਨੇ ਨਹੀਂ ਕੀਤਾ। ਤਾਂ ਜਿਹੜਾ ਹੁਣ ਤਮਿਲਨਾਡੂ ਦੇ ਜਿਹੜੇ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਬਣੇ ਨੇ ਤਾਂ ਇਹਨਾਂ ਨਾਂ ਜੀ ਸੰਜੀਵ ਬੈਨਰਜੀ। ਠੀਕ ਹੈ ਨਾ, ਸੰਜੀਵ ਬੈਨਰਜੀ ਬਣੇ ਨੇ। ਆਪਸ਼ਨ ਨੰਬਰ ਬੀ ਬਿਲਕੁਲ ਆਪਣਾ ਰਾਈਟ ਆਨਸਰ ਹੈਗਾ ਜੀ। ਠੀਕ ਹੈ ਨਾ, ਸੋ ਇਹਨਾਂ ਬਾਰੇ ਤੁਹਾਨੂੰ ਧਿਆਨ ਵਿੱਚ ਰੱਖਣਾ। ਬਾਕੀ ਰਾਘਵਿੰਦਰ ਸਿੰਘ ਚੌਹਾਨ ਇਹਨਾਂ ਬਾਰੇ ਵੀ ਯਾਦ ਰੱਖਣਾ ਜੀ। ਉੱਤਰਾਖੰਡ ਦੇ ਨਵੇਂ ਚੀਫ ਜਸਟਿਸ ਬਣੇ ਨੇ ਇਹ ਵੀ। ਔਰ ਹਿਮਾ ਕੋਹਲੀ ਤੇਲੰਗਾਨਾ ਸਟੇਟ ਦੀ ਚੀਫ ਜਸਟਿਸ ਬਣੀ ਹੈ ਜੀ। ਔਰ JK ਮਹੇਸ਼ਵਰੀ ਸਿੱਕਮ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਬਣੇ ਨੇ ਜੀ। ਔਰ ਇਸੇ ਤਰੀਕੇ ਨਾਲ ਕੁਝ ਹੋਰ ਵੀ ਨੇਗੇ ਜਿਵੇਂ ਮੁਹੰਮਦ ਰਫੀਕ ਹੋ ਗਏ, ਮੁਹੰਮਦ ਰਫੀਕ ਮੱਧ ਪ੍ਰਦੇਸ਼ ਦੇ ਬਣੇ ਨੇਗੇ। ਔਰ ਇਸੇ ਤਰੀਕੇ ਨਾਲ ਅਨੂਪ ਕੁਮਾਰ ਗੋਸਵਾਮੀ ਆਂਧਰਾ ਪ੍ਰਦੇਸ਼ ਦੇ ਬਣੇ ਨੇ। ਔਰ ਇੱਕ ਹੋਰ ਸੀਗੇ ਐਸ ਮੁਰਲੀਧਰ ਬਣੇ ਸੀ ਜੀ ਉੜੀਸਾ ਸਟੇਟ ਦੇ। ਠੀਕ ਹੈ ਨਾ, ਤਾਂ ਟੋਟਲ 6-7 ਹੈਗੇ ਨੇ ਨਾਮ, ਸਾਰੇ ਹੀ ਤੁਹਾਨੂੰ ਧਿਆਨ ਵਿੱਚ ਰੱਖਣੇ ਨੇ। ਸੋ ਹੁਣ ਗੱਲ ਕਰਦੇ ਹਾਂ ਆਪਾਂ ਅੱਜ ਦੇ ਅਭਿਆਸ ਕੁਐਸਚਨ ਬਾਰੇ ਜੀ। ਤਾਂ ਇਹਦਾ ਰਾਈਟ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਗਾ। ਤਾਂ ਤੁਹਾਡੇ ਲਈ ਕੁਐਸਚਨ ਹੈਗਾ ਹੂ ਹੈਜ਼ ਬੀਨ ਅਪਾਇੰਟਡ ਐਜ਼ ਦੀ ਨਿਊ ਚੇਅਰਮੈਨ ਐਂਡ CEO ਆਫ ਰੇਲਵੇ ਬੋਰਡ। ਕਹਿੰਦੇ ਜੀ ਕਿਸ ਨੂੰ ਰੇਲਵੇ ਬੋਰਡ ਦਾ ਨਵਾਂ ਚੇਅਰਮੈਨ ਅਤੇ CEO ਨਿਯੁਕਤ ਕੀਤਾ ਗਿਆ ਹੁਣ।
सो इन्हां नाम कमेंट बॉक्स दे विच जरूर दसना। सो गाइज ये जी अपनी अज दियां सारियां करंट अफेयर न्यूज़ जानी कि 5 ते 6 जनवरी दियां। सो आई होप क्लास तुहानूं वधिया लगी होएगी जी। क्लास वधिया लगी है तो हुणे इहनूं लाइक एंड शेयर जरूर कर देना, ठीक है। सो ओके जी, धन्नवाद, टेक केयर।